जी सत श्री अकाल जी सारिਆਂ ਨੂੰ मैं धर्मपाल सिंह हिसाब मास्टर गवर्नमेंट हाई स्कूल पतारा। विद्यार्थियों अज असी क्लास 9वीं का 9वां अध्याय समानांतर चतुर्भुजां अते त्रिभुजां दा खेत्रफल जिहड़ा हैगा इहदे बारे चर्चा करांगे। अज दे इस लैक्चर दे विच असी इस पूरे चैप्टर दी एक भूमिका बन्नांगे, ना कि इन्हां दे खेत्रफल दे बारे चर्चा करांगे। सो विद्यार्थियों सब तो पहले असी ये देखते हां कि जिन्नियां भी साडे कोल जमायती आकृतियां हुंदियां हन, ज्योमैट्रिकल फिगर्स जिन्हां नूं आपां कहंदे हुंदियां हन, ਉਹ ਬਣਦੀਆਂ ਕਿਵੇਂ ਨੇ। ਜਿਵੇਂ ਸਾਡੇ ਕੋਲ ਇੱਕ ਦੋ ਬਿੰਦੂ ਹਨ, ਇੱਕ ਹੈ A, ਇੱਕ ਬਿੰਦੂ ਹੈ B। ਅਸੀਂ ਜਾਣਦੇ ਹਾਂ ਇਹਨਾਂ ਦੋ ਬਿੰਦੂਆਂ ਨੂੰ ਜਿਹੜੀ ਜੋੜਦੀ ਹੋਏਗੀ, ਜੋੜੇਗੀ ਰੇਖਾ, ਉਹ ਸਾਡੇ ਕੋਲ ਇੱਕ ਰੇਖਾ ਮੰਨ ਲਓ L ਆ ਗਈ ਤੇ A ਤੇ B ਜੇਕਰ ਉਹ ਦੋ ਬਿੰਦੂ ਹਨ ਤੇ ਇਹ AB ਜਿਹੜਾ ਹੈਗਾ ਇੱਕ ਰੇਖਾਖੰਡ ਬਣ ਜਾਂਦਾ ਹੈ ਸਾਡੇ ਕੋਲ। ਠੀਕ ਹੈ ਜੀ। ਸੋ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਦੋ ਬਿੰਦੂਆਂ ਨੂੰ ਜਿਹੜਾ ਆਪਸ ਦੇ ਵਿੱਚ ਜਿਹੜੀ ਰੇਖਾ ਜੋੜਦੀ ਹੈ, ਠੀਕ ਹੈ ਜੀ, ਮੰਨ ਲਓ ਇਹ ਵੱਡੀ ਰੇਖਾ L ਹੈ, ਠੀਕ ਹੈ ਜੀ। ਇਸ L ਰੇਖਾ ਦੇ ਵਿੱਚ ਦੋ ਬਿੰਦੂ A ਅਤੇ B ਹਨ, ਠੀਕ ਹੈ ਜੀ, ਤੇ ਇਹ L ਰੇਖਾ ਇਹਨਾਂ ਦੋ ਬਿੰਦੂਆਂ ਨੂੰ ਜੋੜਦੀ ਹੋਈ ਅੱਗੇ ਵਧ ਰਹੀ ਹੈ, ਤਾਂ AB ਜਿਹੜਾ ਹੋਏਗਾ ਇਹ ਸਾਡੇ ਕੋਲ ਕੀ ਆ ਜਾਏਗਾ, ਰੇਖਾਖੰਡ ਆ ਜਾਏਗਾ। ਠੀਕ ਹੈ ਜੀ। ਸੋ ਜੇਕਰ ਸਾਨੂੰ ਇਹ ਪੁੱਛਿਆ ਜਾਵੇ ਕਿ ਸਮਾਨਾਂਤਰ ਰੇਖਾਵਾਂ ਕੀ ਹੁੰਦੀਆਂ ਹਨ, ਉਸ ਦੇ ਬਾਰੇ ਕੀ ਆ, ਮੰਨ ਲਓ ਆਹੀ ਇੱਕ ਰੇਖਾ ਤੇ ਸੇਮ ਇੱਧਰ ਵੀ ਇੱਕ ਰੇਖਾ ਸਾਡੇ ਕੋਲ ਆ ਜਾਂਦੀ M ਰੇਖਾ। ਠੀਕ ਹੈ ਜੀ। ਜੇਕਰ ਇਹ ਦੋ ਰੇਖਾਵਾਂ ਇੱਥੇ ਮੰਨ ਲੈਣੇ ਆਪਾਂ C ਤੇ ਇੱਥੇ D ਮੰਨ ਲੈਣੇ, ਇਹ ਦੋ ਜਿਹੜੇ ਉੱਪਰਲੀ L ਰੇਖਾ ਦੇ ਵਿੱਚ ਜਿਹੜਾ AB ਹੈ ਉਹ ਰੇਖਾਖੰਡ ਹੈ ਤੇ ਦੂਸਰੀ M ਜਿਹੜੀ ਰੇਖਾ ਹੈ ਉਸ ਦੇ ਵਿੱਚ ਜਿਹੜਾ CD ਹੈ ਉਹ ਰੇਖਾਖੰਡ ਹੈ। ਹੁਣ ਇਹਨਾਂ ਦੋਨਾਂ ਰੇਖਾਖੰਡ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਬਈ ਇਹ ਦੋਵੇਂ ਸਮਾਨਾਂਤਰ ਨੇ। ਮੰਨ ਲਓ L ਤੇ M ਦੋਨੋਂ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਨੇ, ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਮਾਨਾਂਤਰ ਪਤਾ ਕਿਵੇਂ ਲੱਗੇਗਾ। ਜੇਕਰ ਦੋ ਰੇਖਾਵਾਂ ਦੇ ਵਿਚਕਾਰ ਦਾ ਲੰਬ, ਮੰਨ ਲਓ ਆਹ ਦੇਖੋ, ਇਹ ਮੈਂ ਹਰੇਕ ਬਿੰਦੂ ਦੇ ਉੱਤੇ ਇਹਨਾਂ ਦੀ ਲੰਬ ਦੂਰੀ ਪਤਾ ਕਰਨੇ ਆ। ਠੀਕ ਹੈ ਜੀ। ਆ ਮੰਨ ਲਓ ਪੂਰੇ ਦੋ ਰੇਖਾਵਾਂ ਦੇ ਵਿੱਚ ਹਰ ਜਗ੍ਹਾ ਮੈਂ ਇਹਨਾਂ ਦੀ ਲੰਬ ਦੂਰੀ ਪਤਾ ਕਰ ਰਿਹਾ, ਤੇ ਜੇਕਰ ਇਹਨਾਂ ਦੀ ਲੰਬ ਦੂਰੀ ਭਾਵ ਪਰਪੈਂਡੀਕੁਲਰ ਡਿਸਟੈਂਸ ਜਿਹੜਾ ਹੈਗਾ ਆ ਇਹਨਾਂ ਦੋਨਾਂ ਰੇਖਾਵਾਂ ਦਾ ਬਰਾਬਰ ਹੋਵੇ ਜਾਂ ਸੇਮ ਹੋਵੇ, ਠੀਕ ਹੈ ਜੀ, ਤਾਂ ਅਸੀਂ ਇਹ ਕਹਾਂਗੇ ਕਿ ਇਹ ਦੋਵੇਂ ਰੇਖਾਵਾਂ ਆਪਸ ਦੇ ਵਿੱਚ ਕੀ ਹਨ, ਸਮਾਨਾਂਤਰ ਹਨ, ਯਾਨੀ ਕਿ ਪੈਰਲਲ ਹਨ। ਠੀਕ ਹੈ ਜੀ। ਹੁਣ ਜਿਹੜਾ ਲੰਬ ਡਿਸਟੈਂਸ ਹੈ, ਪਰਪੈਂਡੀਕੁਲਰ ਡਿਸਟੈਂਸ ਹੈ, ਯਾਨੀ ਕਿ ਲੰਬ ਡਿਸਟੈਂਸ ਹੈ, ਜਿਹੜਾ ਲੰਬ ਦੂਰੀ ਹੈ ਦੋਨਾਂ ਦੀ, ਉਹ ਕਿਵੇਂ ਮਾਪੀ ਜਾ ਸਕਦੀ ਹੈ। ਦੇਖੋ ਇਹਨਾਂ ਦੋਨਾਂ ਦੇ ਵਿਚਕਾਰ ਹਰੇਕ ਜਿਹੜੇ ਬਿੰਦੂ ਇਹਨਾਂ ਦੇ ਤੇ ਇੱਥੇ ਇਸ ਰੇਖਾ, ਦੇਖੋ ਰੇਖਾ ਕੀ ਹੁੰਦੀ ਹੈ, ਹਜ਼ਾਰਾਂ ਲੱਖਾਂ ਕਰੋੜਾਂ ਬਿੰਦੂਆਂ ਦਾ ਇੱਕ ਰਸਤਾ ਹੈ। ਠੀਕ ਹੈ ਜੀ, ਜਿੱਥੋਂ ਇਹ ਰੇਖਾ ਲੰਘਦੀ ਹੈ। ਠੀਕ ਹੈ ਜੀ। ਜੇਕਰ ਇਹਨਾਂ ਦੇ ਉੱਪਰ ਦੋਨਾਂ ਰੇਖਾਵਾਂ ਦੇ ਜਿਹੜੇ ਸਾਹਮਣੇ ਵਾਲੇ ਬਿੰਦੂਆਂ ਦੀ ਜਿਹੜੀ ਦੂਰੀ ਹੈ, ਠੀਕ ਹੈ ਜੀ, ਇਹਨੂੰ ਆਪਾਂ ਉਹਨਾਂ ਦੀ ਲੰਬ ਦੂਰੀ ਕਹਿੰਦੇ ਹਾਂ। ਠੀਕ ਹੈ ਜੀ, ਐਗਜ਼ੈਕਟ ਲੰਬ ਦੂਰੀ ਹੈ, ਜਾਂ ਫਿਰ ਇਹ ਕਹਿ ਲਓ ਕਿ ਇਸ ਰੇਖਾ ਦੇ ਉੱਤੇ ਇੱਕ ਲੰਬ ਖਿੱਚ ਲਓ। ਠੀਕ ਹੈ ਜੀ। ਹਰੇਕ ਜਗ੍ਹਾ ਤੇ ਜਿੰਨੀ ਜਗ੍ਹਾ ਵੀ ਖਿੱਚਣੀ ਹੋਵੇ ਲੰਬ ਖਿੱਚ ਲਓ, ਉਹ ਲੰਬ ਜਿਸ ਬਿੰਦੂ ਤੇ ਇਸ ਰੇਖਾ ਨੂੰ ਕੱਟਣ ਤੇ ਉਹ ਵਾਲੇ ਦੋ ਕਟਾਕ ਜਿਹੜਾ ਮੰਨ ਲਓ ਇਹਦੇ ਵਿੱਚ ਆ C ਤੇ ਆ D ਆ, ਇਹਦੇ ਵਿੱਚ ਮੈਂ ਮੰਨ ਲੈਣਾ ਕਿ ਆਹ ਵਾਲਾ A ਆ ਤੇ ਆਹ ਬਿੰਦੂ ਜਿਹੜਾ ਹੈਗਾ ਇਸ ਬਿੰਦੂ ਨੂੰ ਮੈਂ B ਮੰਨ ਲੈਣਾ। ਠੀਕ ਹੈ ਜੀ। ਮੈਂ ਇਹ ਕਹਿ ਰਿਹਾ ਕਿ AC ਜਿਹੜਾ ਹੈਗਾ ਆ ਉਹ BD ਦੇ ਬਰਾਬਰ ਹੈ, ਆ BD ਮੰਨ ਲੈਂਦੇ। ਠੀਕ ਹੈ ਜੀ। AC ਜਿਹੜਾ ਹੈਗਾ ਆ ਉਹ BD ਦੇ ਬਰਾਬਰ ਹੈ, ਇਹ ਦੂਰੀ ਦੋਵੇਂ ਬਰਾਬਰ ਹੈ, ਤੇ ਇਹ ਦੋਵੇਂ ਰੇਖਾਵਾਂ ਨੂੰ ਆਪਸ ਦੇ ਵਿੱਚ ਕੀ ਕਹਿ ਦੇਵਾਂਗੇ ਆਪਾਂ, ਸਮਾਨਾਂਤਰ ਰੇਖਾਵਾਂ। ਇਸ ਤੋਂ ਬਾਅਦ ਵਿਦਿਆਰਥੀਓ ਅਸੀਂ ਤ੍ਰਿਭੁਜਾਂ ਦੀਆਂ ਜਦੋਂ ਵੱਖਰੀਆਂ ਟਾਈਪਸ ਕੀਤੀਆਂ ਸੀ ਚਤੁਰਭੁਜਾਂ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਸੀ ਕਿ ਪਹਿਲੀ ਗੱਲ ਤਾਂ ਇਹ, ਚਲੋ ਉਹ ਟਾਈਪਸ ਦੀ ਗੱਲ ਵੱਖਰੀ ਕਰ ਲੈਂਦੇ, ਇੱਕ ਵਾਰੀ ਇੱਕ ਰੀਕੈਪਚੁਲੇਟ ਕਰਦੇ ਹਾਂ ਕਿ ਚਤੁਰਭੁਜ ਕੀ ਚੀਜ਼ ਹੈ। ਠੀਕ ਹੈ ਜੀ। ਜੇਕਰ ਅਜਿਹੀ ਇੱਕ ਬੰਦ ਆਕ੍ਰਿਤੀ ਜਿਸ ਦੀਆਂ ਚਾਰ ਭੁਜਾਵਾਂ ਹੋਣ, ਅਜਿਹੀ ਇੱਕ ਬੰਦ ਆਕ੍ਰਿਤੀ ਜਿਸ ਦੀਆਂ ਚਾਰ ਭੁਜਾਵਾਂ ਹੋਣ, ਭਾਵ ਆ ਮੰਨ ਲਓ A ਆ B ਆ C ਆ ਤੇ ਆ D ਆ, ਇਹ ਅਜਿਹੀ ਇੱਕ ਬੰਦ ਆਕ੍ਰਿਤੀ ਹੈ ਜਿਸ ਦੀਆਂ ਚਾਰ ਭੁਜਾਵਾਂ ਹਨ, ਚਾਰ ਹੀ ਇਹਦੇ ਕੋਣ ਬਣਦੇ ਹਨ। ਠੀਕ ਹੈ ਜੀ। ਦੋ ਵਿਕਰਣ ਬਣਦੇ ਹਨ। ਠੀਕ ਹੈ ਜੀ। ਇਹ ਦੋ, ਜੇਕਰ ਇਹ ਉੱਤਲ ਜਿਹੜਾ ਚਤੁਰਭੁਜ ਹੈ ਫਿਰ ਇਹਦੇ ਦੋਨੇ ਵਿਕਰਣ ਜਿਹੜੇ ਅੰਦਰੂਨੀ ਹੋਣਗੇ, ਜੇ ਅਵਤਲ ਹੋਏਗਾ ਤੇ ਇੱਕ ਅੰਦਰੂਨੀ ਤੇ ਇੱਕ ਜਿਹੜਾ ਹੈਗਾ ਉਹਦੇ ਬਾਹਰੋਂ ਜਿਹੜਾ ਹੈਗਾ ਉਹ ਵਿਕਰਣ ਉਹਦਾ ਬਣੇਗਾ। ਇਹ ਚਤੁਰਭੁਜ ਹੋ ਗਿਆ। ਹੁਣ ਇਸ ਚਤੁਰਭੁਜ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਚਾਰ ਭੁਜਾਵਾਂ ਹਨ, ਜਿਨ੍ਹਾਂ ਵਿੱਚੋਂ ਦੋ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਨੂੰ ਅਸੀਂ ਕਹਿੰਦੇ ਆ ਸਨਮੁਖ ਭੁਜਾਵਾਂ। ਠੀਕ ਹੈ ਜੀ। ਹੁਣ ਇਹਦੀ ਖਾਸ ਟਾਈਪ ਕਦੋਂ ਬਣਦੀ ਹੈ, ਜੇਕਰ ਕਿਸੇ ਚਤੁਰਭੁਜ ਦੇ ਵਿੱਚ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ, ਠੀਕ ਹੈ ਜੀ, ਸਨਮੁਖ ਭੁਜਾਵਾਂ ਮਤਲਬ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਹਨ ਉਹ ਆਪਸ ਦੇ ਵਿੱਚ ਕੀ ਹੋ ਜਾਣ, ਸਮਾਨਾਂਤਰ ਹੋ ਜਾਣ। ਭਾਵ ਇਹ ABCD ਹੈ, ਇਸ ਦੀ ਆ ਸਨਮੁਖ ਭੁਜਾ ਇਹਦੇ ਸਮਾਨਾਂਤਰ ਹੈ ਤੇ ਆ ਸਨਮੁਖ ਭੁਜਾ ਇਹਦੇ ਸਮਾਨਾਂਤਰ। ਜੇਕਰ ਆ ਸਨਮੁਖ ਭੁਜਾਵਾਂ ਆਪਸ ਵਿੱਚ ਸਮਾਨਾਂਤਰ ਹੋ ਜਾਣ ਤਾਂ ਮੈਂ ਇਹ ਕਹਿਣਾ ਹੈ ਕਿ ABCD ਇੱਕ ਸਮਾਨਾਂਤਰ ਚਤੁਰਭੁਜ ਹੈ।
ठीक है जी। सो प्यारे विद्यार्थियों ਇਹਦੇ ਵਿੱਚ ਸਾਡੇ ਕੋਲ ਕੀ ਆ ਜਾਂਦਾ ਹੈ, ਇਹਦੇ ਵਿੱਚ ਆ ਕੇ ਸਾਡੇ ਕੋਲ AB ਸਮਾਨਾਂਤਰ ਹੈ DC ਦੇ ਅਤੇ ਹੋਰ ਸਾਡੇ ਕੋਲ ਕੀ ਚੀਜ਼ ਆ ਗਈ ਜੀ, ਸਾਡੇ ਕੋਲ ਆ ਗਈ AD ਸਮਾਨਾਂਤਰ ਹੈ BC। ਦੇਖੋ ਆ ਭੁਜਾ ਇਸ ਭੁਜਾ ਦੇ ਸਮਾਨਾਂਤਰ, ਆ ਭੁਜਾ ਇਸ ਭੁਜਾ ਦੇ ਸਮਾਨਾਂਤਰ, ਤੇ ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਇਹ ਇੱਕ ਸਾਡੇ ਕੋਲ ਸਮਾਨਾਂਤਰ ਚਤੁਰਭੁਜ ਆ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਚਲੋ ਆਓ ਵਿਦਿਆਰਥੀਓ ਇਹਨਾਂ ਬਿੰਦੂਆਂ ਨੂੰ ਰਿਵਾਈਜ਼ ਕਰਦੇ ਹੋਏ ਅਸੀਂ ਇੱਕ ਦੋ ਹੋਰ ਬਿੰਦੂ ਲੈ ਕੇ ਚੱਲਦੇ ਹਾਂ ਇਹਦੇ ਨਾਲ ਦੇ, ਕਿ ਆਮ ਤੌਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੰਨ ਲਓ ਸਾਡੇ ਕੋਲ ਕੋਈ ਚਤੁਰਭੁਜ ਦਿੱਤੇ ਹੋਏ ਨੇ, ਠੀਕ ਹੈ, ਮੈਂ ਚਤੁਰਭੁਜ ਵੀ ਛੱਡ ਦਿੰਦੇ, ਆਪਾਂ ਖੇਤਰਫਲਾਂ ਦੀ ਗੱਲ ਕਰ ਰਹੇ ਨਾ, ਆਪਾਂ ਦੇਖੋ ਖੇਤਰਫਲਾਂ ਦੀ ਗੱਲ ਕਰ ਰਹੇ ਤਾਂ ਮੈਂ ਖੇਤਰਫਲ ਦੀ ਗੱਲ ਲੈ ਕੇ ਚੱਲਦਾ। ਮੰਨ ਲਓ ਮੈਨੂੰ ਕਿਸੇ ਇੱਕ ਆਕ੍ਰਿਤੀ ਦਾ, ਇੱਕ ਚਤੁਰਭੁਜ ਦਾ ਖੇਤਰਫਲ ਜਿਹੜਾ ਹੈਗਾ ਆ ਉਹ ਦਿੱਤਾ ਹੋਇਆ 16 ਵਰਗ ਮੀਟਰ। ਠੀਕ ਹੈ ਜੀ, ਮੈਨੂੰ ਪਹਿਲੇ ਚਤੁਰਭੁਜ ਦਾ ਜਿਹੜਾ ਖੇਤਰਫਲ ਉਹ 16 ਵਰਗ ਮੀਟਰ ਦੇ ਦਿੱਤਾ, ਦੂਸਰੇ ਚਤੁਰਭੁਜ ਦਾ ਖੇਤਰਫਲ ਵੀ ਮੈਨੂੰ ਕੀ ਕੀਤਾ ਉਹਨੇ 16 ਵਰਗ ਮੀਟਰ ਦੇ ਦਿੱਤਾ। ਠੀਕ ਹੈ ਜੀ, ਦੋਵੇਂ ਖੇਤਰਫਲ ਆਪਸ ਦੇ ਵਿੱਚ ਬਰਾਬਰ ਹੋ ਗਏ। ਜੇਕਰ ਦੋਵੇਂ ਖੇਤਰਫਲ ਆਪਸ ਦੇ ਵਿੱਚ ਬਰਾਬਰ ਹੋ ਜਾਣ ਤਾਂ ਕੀ ਪਿਆਰੇ ਵਿਦਿਆਰਥੀਓ ਮੈਂ ਇਹ ਕਹਿ ਸਕਦਾ ਹਾਂ ਕਿ ਬਈ ਇਹ ਦੋਵੇਂ ਖੇਤਰਫਲ ਜਿਹੜੇ ਹੈਗੇ ਨੇ, ਜਿਹੜੀਆਂ ਦੋ ਫੀਲਡ ਜਾਂ ਦੋ ਖੇਤਾਂ ਦੇ ਖੇਤਰਫਲ ਨੇ, ਉਹਨਾਂ ਦੀ ਆਕ੍ਰਿਤੀ ਵੀ ਸੇਮ ਹੋਏਗੀ? ਕੀ ਮੈਂ ਇਹ ਗੱਲ ਕਹਿ ਸਕਦਾ ਹਾਂ? ਬਿਲਕੁਲ ਨਹੀਂ ਕਹਿ ਸਕਦਾ। ਕਾਰਨ ਦੇਖੋ ਉਹਦਾ ਕੀ ਆ, ਕਾਰਨ ਇਹ ਹੈ ਕਿ ਜਿਹੜਾ ਇਹ 16 ਖੇਤਰਫਲ ਹੋਇਆ, ਹੁਣ ਦੇਖੋ ਖੇਤਰਫਲ ਦਾ ਮੈਂ ਮੰਨ ਲੈਣਾ ਕਿ ਇਹ ਇੱਕ ਆਇਤ ਹੈ ਮੰਨ ਲਓ, ਠੀਕ ਹੈ ਜੀ, ਤੇ ਜੇਕਰ ਇਹ ਆਇਤ ਹੈ ਤੇ ਇਹਦਾ ਮਤਲਬ ਉਹਦੀ ਲੰਬਾਈ ਤੇ ਜਿਹੜੀ ਚੌੜਾਈ ਹੈ, ਠੀਕ ਹੈ ਜੀ, ਚੌੜਾਈ ਉਹ 8 ਤੇ 2 ਹੋ ਸਕਦੀ ਹੈ, 8 ਮੀਟਰ ਤੇ 2 ਮੀਟਰ, ਇਹਦਾ ਮਤਲਬ ਇਹ ਇੱਕ ਵੱਖਰਾ ਹੋ ਗਿਆ। ਜੇਕਰ ਮੈਂ ਇਹਦੀ ਗੱਲ ਕਰਾਂ ਤਾਂ ਇਹ ਹੋ ਸਕਦਾ ਹੈ ਇੱਕ ਵਰਗ ਹੋਵੇ, ਠੀਕ ਹੈ ਜੀ, ਜਿਹਦੇ ਵਿੱਚ 4 ਮੀਟਰ ਉਹਦੀ ਭੁਜਾ ਹੈਗੀ ਹੈ। ਠੀਕ ਹੈ ਜੀ, ਹੁਣ ਇਹਦਾ ਆਇਤ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ ਆ, ਲੰਬਾਈ ਗੁਣਾ ਚੌੜਾਈ, ਇਹਦਾ ਭਾਵ ਇਹ ਹੋ ਗਿਆ 8 ਗੁਣਾ 2 ਵਰਗ ਮੀਟਰ, ਯਾਨੀ ਕਿ 16 ਵਰਗ ਮੀਟਰ। ਤੇ ਜਦੋਂ ਆਪਾਂ ਇੱਧਰ ਜਾਂਦੇ ਆ ਤੇ ਵਰਗ ਦਾ ਖੇਤਰਫਲ ਜਿਹੜਾ ਹੈਗਾ ਉਹ ਕਿਹਦੇ ਬਰਾਬਰ ਹੁੰਦਾ ਆ, ਉਹ ਹੁੰਦਾ ਆ ਭੁਜਾ ਦੀ ਘਾਤ 2। ਠੀਕ ਹੈ ਜੀ, ਭੁਜਾ ਦੀ ਘਾਤ 2 ਭਾਵ 4 ਮੀਟਰ ਦੀ ਘਾਤ 2 ਬਰਾਬਰ 4 × 16 16 ਵਰਗ ਮੀਟਰ। ਹੁਣ ਦੇਖੋ ਵਿਦਿਆਰਥੀਓ ਇਹਦੇ ਵਿੱਚ ਅਸੀਂ ਇਹ ਕਹਿ ਦਿੱਤਾ ਕਿ ਦੋ ਖੇਤਰਫਲ ਬਰਾਬਰ ਨੇ, ਲੇਕਿਨ ਕਿਤੇ ਵੀ ਇਹ ਮਤਲਬ ਨਹੀਂ ਹੈ ਕਿ ਦੋ ਖੇਤਰਫਲ ਬਰਾਬਰ ਹੋਣ ਦਾ ਭਾਵ ਇਹ ਆ ਕਿ ਉਹ ਆਕ੍ਰਿਤੀਆਂ ਵੀ ਬਰਾਬਰ ਹੋਣਗੀਆਂ, ਇਹ ਆਕ੍ਰਿਤੀਆਂ ਵੀ ਇੱਕੋ ਜਿਹੀਆਂ ਹੋਣਗੀਆਂ, ਜਾਂ ਫਿਰ ਦੂਸਰੇ ਸ਼ਬਦਾਂ ਦੇ ਵਿੱਚ ਮੈਂ ਇਹ ਕਹਾਂ ਕਿ ਉਹ ਆਕ੍ਰਿਤੀਆਂ ਆਪਸ ਦੇ ਵਿੱਚ ਸਰਬੰਗਸਮ ਹੋਣਗੀਆਂ। ਇਸ ਦਾ ਇਹਨੂੰ ਇੱਥੇ ਦੱਸਣ ਦਾ ਮੇਰਾ ਭਾਵ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜੀ ਆਪਾਂ ਸਰਬੰਗਸਮਤਾ ਦੀ ਗੱਲ ਕੀਤੀ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਦੋ ਆਕ੍ਰਿਤੀਆਂ ਜੇਕਰ ਆਪਸ ਦੇ ਵਿੱਚ ਸਰਬੰਗਸਮ ਹੋਣ ਤਾਂ ਉਹਨਾਂ ਦੇ ਖੇਤਰਫਲ ਵੀ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਪਰ ਇਸ ਦਾ ਉਲਟ ਜਿਹੜਾ ਹੈਗਾ ਉਹ ਸੱਚ ਨਹੀਂ ਹੈ। ਜੇਕਰ ਦੋ ਖੇਤਰਫਲ, ਦੇਖੋ ਇਹਦੇ ਵਿੱਚ ਦੋ ਖੇਤਰਫਲ ਆਪਸ ਦੇ ਵਿੱਚ ਬਰਾਬਰ ਸੀਗੇ ਲੇਕਿਨ ਆਕ੍ਰਿਤੀਆਂ ਬਰਾਬਰ ਨਹੀਂ ਹਨ। ਇਹ ਕਿਹੜੀ ਆਕ੍ਰਿਤੀ ਹੈ, ਇਹ ਹੈ ਵਰਗ, ਤੇ ਇਹ ਜਿਹੜੀ ਆਕ੍ਰਿਤੀ ਹੈ ਇਹ ਹੈ ਆਇਤ। ਠੀਕ ਹੈ ਜੀ, ਇਹ ਆਇਤ ਬਣੀ ਕਿਉਂਕਿ ਇਹ ਲੰਬਾਈ 8 ਮੀਟਰ ਹੈ, ਚੌੜਾਈ 4 ਮੀਟਰ ਹੈ, 2 ਮੀਟਰ ਹੈ, ਤੇ 8 ਦੂਣੀ 16, ਇਹ 16 ਵਰਗ ਮੀਟਰ ਬਣ ਗਿਆ। ਤੇ ਇਹ ਵਰਗ ਹੈ, ਇੱਕ ਵਰਗ ਦੀ ਭੁਜਾ ਜਿਹੜੀ ਹੈ ਉਹ 4 ਮੀਟਰ ਹੈ, ਤੇ ਇਹਦਾ ਮਤਲਬ ਵਰਗ ਦਾ ਖੇਤਰਫਲ ਜਿਹੜਾ ਹੈ ਉਹ ਸਾਡੇ ਕੋਲ ਕੀ ਬਣ ਗਿਆ ਵਿਦਿਆਰਥੀਓ 16 ਵਰਗ ਮੀਟਰ ਸਕੁਅਰ। ਸੋ ਇਹ ਚੀਜ਼ ਨੂੰ ਇੱਥੇ ਕਲੀਅਰ ਕਰਨਾ ਬਹੁਤ ਜ਼ਰੂਰੀ ਸੀ। ਠੀਕ ਹੈ ਜੀ, ਚਲੋ ਇਸ ਚੀਜ਼ ਨੂੰ ਅਸੀਂ ਮੇਰੇ ਖਿਆਲ ਨਾਲ ਹੁਣ ਸਮਝ ਗਏ ਹੋਵਾਂਗੇ ਕਿ ਜੇਕਰ ਦੋ ਆਕ੍ਰਿਤੀਆਂ ਸਰਬੰਗਸਮ ਹੋਣ ਤਾਂ ਉਹਨਾਂ ਦੇ ਖੇਤਰਫਲ ਬਰਾਬਰ ਹੁੰਦੇ ਹਨ, ਲੇਕਿਨ ਜੇਕਰ ਦੋ ਖੇਤਰਫਲ ਆਪਸ ਦੇ ਵਿੱਚ ਬਰਾਬਰ ਦਿੱਤੇ ਗਏ ਹੋਣ ਤੇ ਇਹਦਾ ਕਿਤੇ ਮਤਲਬ ਨਹੀਂ ਹੁੰਦਾ ਕਿ ਉਹ ਆਕ੍ਰਿਤੀਆਂ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਸਰਬੰਗਸਮ ਹੋਣਗੀਆਂ। ਚਲੋ ਆਓ ਵਿਦਿਆਰਥੀਓ ਅਸੀਂ ਹੁਣ ਇਸ ਦੇ ਨਾਲ ਜੁੜੇ ਹੋਏ ਕੁਝ ਤੱਥ ਦੇਖਦੇ ਹਾਂ, ਹੋਰ ਕਿਹੜੇ ਕਿਹੜੇ ਤੱਥ ਜਿਹੜੇ ਹੈਗੇ ਉਹ ਨਿਕਲਦੇ ਹਨ। ਠੀਕ ਹੈ, ਹੁਣ ਅਸੀਂ ਗੱਲ ਕੀ ਕਰ ਰਹੇ ਹਾਂ, ਅਸੀਂ ਗੱਲ ਕਰ ਰਹੇ ਹਾਂ ਸਮਾਨਾਂਤਰ ਚਤੁਰਭੁਜਾਂ ਦੀ ਤੇ ਤ੍ਰਿਭੁਜਾਂ ਦੀ, ਲੇਕਿਨ ਇਹਨਾਂ ਦੋਨਾਂ ਦੇ ਵਿੱਚ ਅਸੀਂ ਕੀ ਲੈ ਕੇ ਚੱਲ ਰਹੇ ਹਾਂ, ਉਹਦਾ ਖੇਤਰਫਲ ਲੈ ਕੇ ਚੱਲ ਰਹੇ ਹਾਂ। ਮੈਂ ਇਸ ਲੈਕਚਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਕਿਤੇ ਵੀ ਖੇਤਰਫਲ ਦਾ ਜ਼ਿਕਰ ਨਹੀਂ ਕਰਾਂਗਾ। ਇਹ ਤਾਂ ਮੈਂ ਸਿਰਫ ਉਦਾਹਰਣ ਵਜੋਂ ਜਿਹੜਾ ਤੁਹਾਨੂੰ ਦੱਸਿਆ, ਉਦਾਹਰਣ ਵਜੋਂ ਦੱਸਿਆ ਸੀ, ਇਸ ਦਾ ਖੇਤਰਫਲ ਦਾ ਮੈਂ ਜ਼ਿਕਰ ਨਹੀਂ ਕਰਾਂਗਾ ਕਿਤੇ ਵੀ। ਅੱਜ ਦਾ ਜਿਹੜਾ ਲੈਕਚਰ ਹੈ ਇਹ ਮੈਂ ਆਉਣ ਵਾਲੇ ਲੈਕਚਰਸ ਦੀ ਭੂਮਿਕਾ ਬਣ ਰਿਹਾ ਹਾਂ। ਠੀਕ ਹੈ ਜੀ, ਸੋ ਹੁਣ ਮੈਂ ਕੀ ਕਰਾਂਗਾ, ਹੁਣ ਮੈਂ ਇੱਕ ਐਕਟੀਵਿਟੀ ਕਰਨੇ ਹਾਂ ਅਸੀਂ। ਠੀਕ ਹੈ ਜੀ, ਕੁਝ ਸਵਾਲ ਜਵਾਬ, ਕੁਝ ਛੋਟੀਆਂ ਜਿਹੀਆਂ ਚੀਜ਼ਾਂ ਥੋੜੀ ਦੇਰ ਲਈ ਭੁੱਲ ਜਾਓ ਕਿ ਅਸੀਂ ਖੇਤਰਫਲਾਂ ਦੀ ਗੱਲ ਕਰ ਰਹੇ ਹਾਂ, ਚਤੁਰਭੁਜਾਂ ਦੀ ਗੱਲ ਕਰ ਰਹੇ ਹਾਂ, ਤ੍ਰਿਭੁਜਾਂ ਦੀ ਗੱਲ ਕਰ ਰਹੇ ਹਾਂ। ਥੋੜੀ ਦੇਰ ਲਈ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਓ। ਹੁਣ ਕੀ ਕਰਾਂਗੇ, ਅਸੀਂ ਇੱਥੇ ਇੱਕ ਇੱਕ ਕਰਕੇ ਡਾਇਗਰਾਮ ਬਣਾਉਂਦੇ ਹਾਂ। ਠੀਕ ਹੈ ਜੀ, ਤੇ ਉਹਨਾਂ ਡਾਇਗਰਾਮਸ ਦੇ ਵਿੱਚ ਮੈਂ ਤੁਹਾਡੇ ਤੋਂ ਕੁਝ ਸਵਾਲ ਪੁੱਛਦਾ ਹਾਂ, ਤੁਸੀਂ ਮੈਨੂੰ ਕੁਝ ਜਵਾਬ ਦਿਓ। ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਆਪਸ ਦੇ ਵਿੱਚ ਕੋਰਿਲੇਟ ਕਰਾਂਗੇ, ਆਪਸ ਦੇ ਵਿੱਚ ਉਹਨਾਂ ਨੂੰ ਤਾਲਮੇਲ ਬਿਠਾ ਕੇ ਦੇਖਾਂਗੇ ਕਿ ਕੀ ਉਹ ਸਾਡੇ ਕੋਈ ਕੰਮ ਦੀ ਚੀਜ਼ ਹੈ ਜਾਂ ਨਹੀਂ ਹੈ। ਠੀਕ ਹੈ ਜੀ, ਚਲੋ ਵਿਦਿਆਰਥੀ ਆਓ ਵਿਦਿਆਰਥੀ ਇੱਥੇ ਮੈਂ ਇੱਕ ਆਕ੍ਰਿਤੀ ਬਣਾਉਣਾ ਹਾਂ। ਇਹ ਆਕ੍ਰਿਤੀ ਕੀ ਹੈ,
ਆ ਵਿਦਿਆਰਥੀਓ ਮੈਂ ਇੱਕ ਸਮਾਨਾਂਤਰ ਚਤੁਰਭੁਜ ਬਣਾ ਦਿੱਤਾ ਹੈ। ਠੀਕ ਹੈ ਜੀ। ਇਸ ਸਮਾਨਾਂਤਰ ਚਤੁਰਭੁਜ ਦੇ ਵਿੱਚ ਮੈਂ ਕੀ ਕੀਤਾ, ਇੱਥੇ ਮੈਂ ਕੀ ਕੀਤਾ, ਆ ਚੀਜ਼ ਚੱਕੀ, ਇਹ ਮੈਂ ਇੱਕ ਤ੍ਰਿਭੁਜ ਬਣਾ ਦਿੱਤਾ। ਠੀਕ ਹੈ, ਇਹਦਾ ਨਾਮ ਮੈਂ ਰੱਖ ਦਿੱਤਾ A B C D ਤੇ ਆ E। ਇਸ ਆਕ੍ਰਿਤੀ ਦੇ ਵਿੱਚ ਮੈਨੂੰ ਦੋ ਆਕ੍ਰਿਤੀਆਂ ਨਜ਼ਰ ਆ ਰਹੀਆਂ। ਇਸ ਇੱਕ ਆਕ੍ਰਿਤੀ ਦੇ ਵਿੱਚ ਦੋ ਆਕ੍ਰਿਤੀਆਂ ਨਜ਼ਰ ਆ ਰਹੀਆਂ। ਇੱਕ ਮੈਨੂੰ ਨਜ਼ਰ ਆ ਰਿਹਾ ਹੈ ਮੇਰੇ ਕੋਲ ਸਮਾਨਾਂਤਰ ਚਤੁਰਭੁਜ। ਠੀਕ ਹੈ ਜੀ, ਕੀ ਨਜ਼ਰ ਆ ਰਿਹਾ ਜੀ, ਸਮਾਨਾਂਤਰ ਚਤੁਰਭੁਜ, ਤੇ ਉਹ ਕਿਹੜਾ ਹੈ ਜੀ, A B C D। ਦੂਸਰੀ ਮੈਨੂੰ ਨਜ਼ਰ ਆ ਰਹੀ ਹੈ ਜੀ ਇੱਕ ਤ੍ਰਿਭੁਜ। ਠੀਕ ਹੈ ਜੀ, ਇਹ ਚਤੁਰਭੁਜ ਹੈ। ਠੀਕ ਹੈ ਜੀ, ਸਮਾਨਾਂਤਰ ਚਤੁਰਭੁਜ A B C D। ਇੱਕ ਮੈਨੂੰ ਤ੍ਰਿਭੁਜ ਨਜ਼ਰ ਆ ਰਹੀ ਹੈ, ਉਹ ਹੈ ਜੀ A B E। ਆ ਦੋ ਚੀਜ਼ਾਂ ਮੈਨੂੰ ਨਜ਼ਰ ਆ ਰਹੀਆਂ। ਜੇਕਰ ਤੁਸੀਂ ਇਹਨਾਂ ਦੋਨਾਂ ਨੂੰ ਬੜੇ ਧਿਆਨ ਨਾਲ ਦੇਖੋ ਤੇ ਕੀ ਇਹਨਾਂ ਦੋਨਾਂ ਦੇ ਵਿਚਕਾਰ ਕੋਈ ਆਪਸ ਵਿੱਚ ਰਿਲੇਸ਼ਨ ਨਜ਼ਰ ਆ ਰਿਹਾ ਕਿ ਇਹ ਵਾਲੀ ਤ੍ਰਿਭੁਜ ਤੇ ਇਹ ਵਾਲੀ ਸਮਾਨਾਂਤਰ ਚਤੁਰਭੁਜ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਹੈ। ਠੀਕ ਹੈ ਜੀ, ਜੇ ਨਹੀਂ ਤਾਂ ਫਿਰ ਇਹਨੂੰ ਇੱਕ ਵਾਰੀ ਇਹਨੂੰ ਇੱਥੇ ਰੱਖੋ ਤੇ ਆਪਾਂ ਇੱਕ ਹੋਰ ਚੀਜ਼ ਇੱਥੇ ਡਰਾ ਕਰਕੇ ਦੇਖਦੇ ਹਾਂ। ਉਸ ਤੋਂ ਬਾਅਦ ਆਪਾਂ ਦੋਨਾਂ ਨੂੰ ਰਿਲੇਟ ਕਰਾਂਗੇ। ਇੱਥੇ ਮੈਂ ਕੀ ਕਰਦਾ, ਮੈਂ ਇੱਕ ਹੋਰ ਸਮਾਨਾਂਤਰ ਚਤੁਰਭੁਜ ਬਣਾਉਣਾ। ਠੀਕ ਹੈ ਜੀ, ਆ ਇੱਕ ਹੋਰ ਸਮਾਨਾਂਤਰ, ਇਹਦੇ ਵਿੱਚ ਮੈਂ ਇੱਕ ਹੋਰ ਤ੍ਰਿਭੁਜ ਬਣਾਉਂਦਾ। ਠੀਕ ਹੈ ਜੀ, ਇਹ ਹੈ A B C ਤੇ D। ਇਹ ਥੋੜੀ ਜੀ ਮੈਂ ਇਹਦੇ ਕਾਰਨਰ ਠੀਕ ਕਰ ਦਵਾਂ ਜੀ, ਆ ਹੋ ਗਿਆ ਇਹ A B C D ਤੇ ਇਹਨੂੰ ਮੈਂ E ਨਾਮ ਦੇ ਦਿੰਦਾ। ਠੀਕ ਹੈ ਜੀ, ਜੇਕਰ ਇਹਨਾਂ ਦੋਨਾਂ ਆਕ੍ਰਿਤੀਆਂ ਦੇ ਵਿੱਚ ਮੈਂ ਬੜੇ ਧਿਆਨ ਦੇ ਨਾਲ ਦੇਖਦਾ, ਇਹ ਦੋ ਵੱਖਰੀਆਂ ਵੱਖਰੀਆਂ ਆਕ੍ਰਿਤੀਆਂ ਹੈ, ਇਹਨਾਂ ਨੂੰ ਜੋੜਨਾ ਨਹੀਂ ਆਪਸ ਵਿੱਚ। ਦੋ ਵੱਖਰੀਆਂ ਵੱਖਰੀਆਂ ਆਕ੍ਰਿਤੀਆਂ ਨੂੰ ਬੜੇ ਧਿਆਨ ਦੇ ਨਾਲ ਦੇਖੋ ਤੁਸੀਂ, ਤਾਂ ਪਹਿਲੀ ਆਕ੍ਰਿਤੀ ਦੇ ਵਿੱਚ ਇਸ ਤ੍ਰਿਭੁਜ ਤੇ ਇਸ ਸਮਾਨਾਂਤਰ ਚਤੁਰਭੁਜ। ਠੀਕ ਹੈ ਜੀ, ਇਸ ਤ੍ਰਿਭੁਜ ABE ਤ੍ਰਿਭੁਜ ਤੇ ABCD ਸਮਾਨਾਂਤਰ ਚਤੁਰਭੁਜ ਦੇ ਵਿੱਚ ਇਹ ਦੋਵੇਂ ਆਕ੍ਰਿਤੀਆਂ ਇੱਕੋ ਆਧਾਰ ਯਾਨੀ ਕਿ ਭਾਵ AB ਦੇ ਉੱਤੇ ਸਥਿਤ ਹਨ। ਦੇਖੋ ਇਹ ਦੋਵੇਂ AB ਦੇ ਨੇ, ਦੇਖੋ ਇਹ ਵੀ A ਤੋਂ ਸ਼ੁਰੂ ਹੋਇਆ, ਇਹ ਵੀ B ਤੋਂ ਸ਼ੁਰੂ ਹੋਇਆ, ਦੋਵੇਂ ਇੱਕੋ ਆਧਾਰ ਦੇ ਉੱਤੇ ਸਥਿਤ ਹਨ। ਤੇ ਦੂਸਰੀ ਚੀਜ਼ ਇੱਥੇ ਮੈਂ ਕੀ ਦੇਖੀ ਕਿ ਇਹਨਾਂ ਦੋਨਾਂ ਦਾ, ਇਹ ਦੋਵੇਂ ਆਕ੍ਰਿਤੀਆਂ ਜਿਹੜੀਆਂ ਹਨ, ਇਹ ਆ ਦੇਖੋ ਮੈਂ ਸਮਾਨਾਂਤਰ ਚਤੁਰਭੁਜ ਕਿਹਾ ਸੀਗਾ ਨਾ, ਇਹ ਦੋਵੇਂ ਆਕ੍ਰਿਤੀਆਂ ਜਿਹੜੀਆਂ ਹਨ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ। ਜੇਕਰ ਕਿਵੇਂ, ਇਸ ਚੀਜ਼ ਨੂੰ ਮੈਂ ਇਹਨੂੰ ਥੋੜਾ ਇਰੇਜ਼ ਕਰ ਦਵਾਂ, ਇਹ ਤਾਂ ਮੇਰੇ ਖਿਆਲ ਨਾਲ ਕਲੀਅਰ ਹੋ ਗਿਆ ਹੋਵੇਗਾ। ਇਹਨੂੰ ਇਰੇਜ਼ ਕਰ ਦਵਾਂ, ਕਿਉਂ ਇਰੇਜ਼ ਕੀਤਾ ਮੈਂ, ਇਹਨੂੰ ਜਰਾ ਥੋੜਾ ਜਿਹਾ ਮੈਂ ਐਲੈਬੋਰੇਟ ਕਰਨਾ ਇਹਦਾ। ਦੇਖੋ ਸਮਾਨਾਂਤਰ ਇਹਦਾ ਰੇਖਾ ਖੰਡ ਹੈ ਨਾ, ਅਸੀਂ ਜਦੋਂ ਸਟਾਰਟ ਕੀਤਾ ਸੀ ਲੈਕਚਰ ਉਹਦੇ ਵਿੱਚ ਆਪਾਂ ਰੇਖਾਵਾਂ ਦੀ ਗੱਲ ਕੀਤੀ ਸੀ। ਮੈਂ ਕੀ ਕਰਦਾ, ਮੈਂ ਥੋੜਾ ਜਿਹਾ ਇਹਨੂੰ ਅੱਗੇ ਤੱਕ ਲੈ ਜਾਂਦਾ। ਠੀਕ ਹੈ ਜੀ, ਆ ਮੰਨ ਲਓ ਇਹ L ਰੇਖਾ ਹੈ, ਇਹਨੂੰ ਵੀ ਮੈਂ ਅੱਗੇ ਤੱਕ ਲੈ ਕੇ ਗਿਆ, ਆ ਮੇਰੇ ਕੋਲ ਬਣ ਗਈ M ਰੇਖਾ। ਮੈਂ ਇਹ ਕਹਿ ਦਿੱਤਾ ਕਿ ਆ ਜਿਹੜੀ L ਰੇਖਾ ਹੈ ਇਹ ਸਮਾਨਾਂਤਰ ਹੈ M ਰੇਖਾ ਦੀ। ਠੀਕ ਹੈ ਜੀ, ਤੇ ਆ AB ਤੇ DC ਤੇ ਇਹਦੇ ਕੀ ਬਣ ਗਏ ਜੀ, ਇਹ ਤਾਂ ਇਹ ਜਿਹੜੇ ਹੈਗੇ ਨੇ ਇਹਦੇ ਰੇਖਾਖੰਡ ਬਣ ਗਏ ਨੇ। ਠੀਕ ਹੈ ਜੀ, ਹੁਣ ਧਿਆਨ ਨਾਲ ਦੇਖਿਓ, ਹੁਣ ਇਹ ਦੋਵੇਂ ਤ੍ਰਿਭੁਜਾਂ, ਹੁਣ ਇਹਨੂੰ ਸਮਝਣ 'ਚ ਥੋੜੀ ਆਸਾਨੀ ਹੋਏਗੀ ਸਾਨੂੰ। ਇੱਕ ਤ੍ਰਿਭੁਜ ਤੇ ਇੱਕ ਸਮਾਨਾਂਤਰ ਚਤੁਰਭੁਜ ਜਿਹੜੇ ਹੈਗੇ ਦੋਨੋਂ ਜਣੇ ਇੱਕੋ ਆਧਾਰ AB ਤੇ ਸਥਿਤ ਹਨ ਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਉੱਤੇ ਹਨ। ਦੇਖੋ ਆ ਇਹਨਾਂ ਦੋਨਾਂ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ, L ਤੇ M ਦੇ ਵਿਚਕਾਰ ਹਨ। ਠੀਕ ਹੈ ਜੀ, ਤੇ ਜੇਕਰ ਤੁਸੀਂ ਸਿਰਫ ਇੰਨੇ ਕ ਡਾਇਗਰਾਮ ਨੂੰ, ਇੰਨੀ ਕ ਆਕ੍ਰਿਤੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕੋ ਆਧਾਰ AB ਅਤੇ ਇੱਕੋ ਸਮਾਨਾਂਤਰ ਰੇਖਾਵਾਂ ਦਾ ਜੋੜਾ, ਯਾਨੀ ਕਿ AB ਸਮਾਨਾਂਤਰ DC ਦੇ ਵਿਚਕਾਰ ਜਿਹੜੇ ਹੈਗੇ ਆ ਉਹ ਦੋਵੇਂ ਜਿਹੜੀਆਂ ਆਕ੍ਰਿਤੀਆਂ ਹਨ ਉਹ ਹੈਗੀਆਂ ਨੇ। ਠੀਕ ਹੈ ਜੀ, ਸੋ ਜੇਕਰ ਇਸ ਚੀਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝੀ ਹਾਂ ਤਾਂ ਵਿਦਿਆਰਥੀਓ ਇਸ ਦੇ ਨਾਲ ਦੇ ਆਪਾਂ ਕੁਝ ਇੱਕ ਸਵਾਲ ਜਿਹੜੇ ਹੈਗੇ ਨੇ ਉਹ ਆਪਸ ਵਿੱਚ ਡਿਸਕਸ ਕਰਦੇ ਹਾਂ। ਤੇ ਜਿਹੜੀ ਸਾਡੀ ਅਭਿਆਸ 9.1 ਹੈ ਉਹ ਵੀ ਇਸੇ ਚੀਜ਼ ਦੇ ਉੱਤੇ ਬੇਸਡ ਹੈ। ਉਸ ਪੂਰੀ ਐਕਸਰਸਾਈਜ਼ ਦੇ ਵਿੱਚ ਮੈਂ ਇਹੀ ਚੀਜ਼ ਪਛਾਣਨੀ ਹੈ ਕਿ ਕਿਹੜੀਆਂ ਆਕ੍ਰਿਤੀਆਂ ਇੱਕੋ ਆਧਾਰ ਦੇ ਉੱਤੇ ਤੇ ਇੱਕੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ ਤੇ ਕਿਹੜੀਆਂ ਨਹੀਂ ਹਨ। ਠੀਕ ਹੈ ਜੀ, ਚਲੋ ਆਓ ਵਿਦਿਆਰਥੀਓ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਅਸੀਂ ਐਕਸਰਸਾਈਜ਼ 9.1 ਦਾ ਪਹਿਲਾ ਸਵਾਲ ਜਿਹੜਾ ਹੈ ਉਹ ਅਸੀਂ ਇੱਥੇ ਡਰਾ ਕਰਦੇ ਹਾਂ ਜੀ। ਐਕਸਰਸਾਈਜ਼ ਹੈਗੀ ਸਾਡੇ ਕੋਲ 9.1। ਇਹਦਾ ਫਸਟ ਸਮ ਜਿਹੜਾ ਹੈਗਾ ਜੀ ਉਹ ਸਿੰਪਲ ਇੱਕ ਡਾਇਗਰਾਮ ਮੈਂ ਇੱਥੇ ਬਣਾਉਂਗਾ। ਠੀਕ ਹੈ ਜੀ, ਉਸ ਡਾਇਗਰਾਮ ਦੇ ਵਿੱਚ ਆਪਾਂ ਦੱਸਣਾ ਕੀ ਹੈ ਉਹ ਮੈਂ ਤੁਹਾਨੂੰ ਦੱਸ ਚੁੱਕਾ ਹਾਂ। ਠੀਕ ਹੈ ਜੀ, ਇਹਦੇ ਵਿੱਚ ਆ ਹੋ ਗਿਆ ਜੀ A, ਆ B ਸਾਡੇ ਕੋਲ, C ਤੇ D, ਇਹਦੇ ਵਿੱਚ ਆ ਚੀਜ਼ ਆ ਗਈ ਜੀ ਇੱਧਰਲੇ ਪਾਸੇ, ਦਿਸ ਵਨ, ਇਹ ਆ ਗਿਆ T। ਹੁਣ ਇਹਦੇ ਵਿੱਚ ਨਾ ਵਿਦਿਆਰਥੀਓ ਇੱਕ ਚੀਜ਼ ਨੂੰ ਬੜੇ ਧਿਆਨ ਨਾਲ ਦੇਖਣਾ, ਜਦੋਂ ਤੁਸੀਂ ਆਪਣੀ ਮੈਥ ਦੀ ਬੁੱਕ ਦੇ ਵਿੱਚ ਵੀ ਇਹ ਡਾਇਗਰਾਮ ਦੇਖੋਗੇ ਨਾ ਕਿਤੇ ਹੋ ਸਕਦਾ ਕਿਸੇ ਬੱਚੇ ਦੇ ਮਨ ਦੇ ਵਿੱਚ ਇੱਕ ਸਵਾਲ ਆਵੇ ਕਿ ਸਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਆਪਣੇ ਕੋਲ ਸਮਾਨਾਂਤਰ ਰੇਖਾਵਾਂ ਤਾਂ ਦਿੱਤੀਆਂ ਹੀ ਨਹੀਂ ਹੋਈਆਂ। ਠੀਕ ਹੈ ਜੀ, ਤਾਂ ਮੈਨੂੰ ਕਿੱਦਾਂ ਪਤਾ ਲੱਗੇਗਾ ਕਿ ਕਿਹੜੀ ਰੇਖਾ ਸਮਾਨਾਂਤਰ ਹੋ ਸਕਦਾ ਨਾ ਹੋਵੇ। ਬੱਚੇ ਦਾ ਜਿਹੜਾ ਦਿਮਾਗ ਦੇ ਵਿੱਚ ਸਵਾਲ ਆਇਆ ਉਹ ਬਿਲਕੁਲ ਸਹੀ ਹੈ, ਕਿਉਂਕਿ ਜਦ ਤੱਕ ਇਹ ਨਹੀਂ ਕਿਹਾ ਜਾਏਗਾ ਕਿ AB ਸਮਾਨਾਂਤਰ ਹੈ DC ਦੇ, ਮੈਂ ਨਹੀਂ ਮੰਨ ਕੇ ਚੱਲਾਂਗਾ ਕਿ AB ਸਮਾਨਾਂਤਰ ਹੈ DC ਦੇ। ਲੇਕਿਨ
ਇਸ ਐਕਸਰਸਾਈਜ਼ ਦੇ ਵਿੱਚ ਮੈਂ ਸਿਰਫ ਇਹੀ ਚੀਜ਼ ਦਾ ਇੱਕ ਅਜ਼ੰਪਸ਼ਨ ਕਰਕੇ ਚੱਲ ਰਿਹਾ ਕਿ ਸਵਾਲ ਦੇ ਵਿੱਚ ਚਾਹੇ ਨਹੀਂ ਦਿੱਤਾ, ਲੇਕਿਨ ਜੇਕਰ ਮੈਨੂੰ ਉਹ ਸਮਾਨੰਤਰ ਰੇਖਾਵਾਂ ਲੱਗਦੀਆਂ ਹਨ ਤਾਂ ਮੈਂ ਮੰਨ ਲਾਂਗਾ ਥੋੜੀ ਦੇਰ ਵਾਸਤੇ ਕਿ ਇਹ ਸਮਾਨੰਤਰ ਰੇਖਾਵਾਂ ਹੈਗੀਆਂ ਹਨ। ਸਿਰਫ ਇਹਨਾਂ ਸਵਾਲਾਂ ਵਾਸਤੇ ਮੈਂ ਕਹਿ ਰਿਹਾ, ਜਿਨ੍ਹਾਂ ਸਵਾਲਾਂ ਦੇ ਵਿੱਚ ਮੈਂ ਸਿਰਫ ਇਹ ਪਤਾ ਕਰਨਾ ਹੈ ਕਿ ਉਹ ਕਿਹੜੀਆਂ ਦੋ ਰੇਖਾਵਾਂ ਦੇ ਵਿਚਕਾਰ ਹਨ ਤੇ ਉਹਨਾਂ ਦਾ ਆਧਾਰ ਜਿਹੜਾ ਹੈਗਾ ਇੱਕੋ ਆਧਾਰ ਉਹ ਕਿਹੜਾ ਹੈ। ਠੀਕ ਹੈ ਜੀ। ਸੋ ਇਸ ਗੱਲ ਦਾ ਖਾਸ ਖਿਆਲ ਰੱਖਣਾ। ਜੇ ਕਿਸੇ ਬੱਚੇ ਦੇ ਮਨ ਦੇ ਵਿੱਚ ਇਹ ਡਾਊਟ ਹੈ ਕਿ ਸਰ ਤੁਸੀਂ ਬਾਰ-ਬਾਰ ਕਹੀ ਜਾ ਰਹੇ ਹੋ ਕਿ AB ਸਮਾਨੰਤਰ ਹੈ DC ਦੇ, ਲੇਕਿਨ ਨਾ ਤਾਂ ਸਵਾਲ ਦੇ ਵਿੱਚ ਲਿਖਿਆ ਹੋਇਆ ਨਾ ਤੁਸੀਂ ਇਹਦੇ ਵਿੱਚ ਸ਼ੋਅ ਕੀਤਾ ਹੋਇਆ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਮੈਂ ਫੇਰ ਇੱਕ ਵਾਰੀ ਕਹਿ ਦਵਾਂ ਕਿ ਇਹਨਾਂ ਡਾਇਗਰਾਮਸ ਦੇ ਵਿੱਚ ਅਸੀਂ ਇਹ ਅਜ਼ਿਊਮ ਕਰਕੇ ਚੱਲ ਰਹੇ ਹਾਂ, ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਜੇ ਸਮਾਨਤਰ ਲੱਗਦੀਆਂ ਆ, ਕਿਉਂਕਿ ਦੇਖੋ ਅਸੀਂ ਹੁਣ 9th ਕਲਾਸ ਵਿੱਚ ਪੜ੍ਹ ਰਹੇ ਹਾਂ ਤੇ ਲਗਭਗ ਲੱਗਣ ਦੀਆਂ ਜਿਹੜੀਆਂ ਲੱਗ ਰਹੀਆਂ ਆ, ਮੈਂ ਇਹਨਾਂ ਦੋ ਰੇਖਾਵਾਂ ਨੂੰ ਹੀ ਆਪਸ ਦੇ ਵਿੱਚ ਸਮਾਨੰਤਰ ਕਵਾਂਗਾ ਨਾ। ਕਦੀ ਮੈਂ ਇਦਾਂ ਤਾਂ ਨਹੀਂ ਹੋ ਸਕਦਾ ਕਿ ਮੈਂ ਇਹਨਾਂ ਦੋ ਰੇਖਾਵਾਂ ਨੂੰ ਆਪਸ ਦੇ ਵਿੱਚ ਸਮਾਨੰਤਰ ਬੋਲ ਦਵਾਂ। ਠੀਕ ਹੈ ਜੀ। 9th ਕਲਾਸ ਦੇ ਬੱਚੇ ਤੇ ਲੋਅਰ ਕਲਾਸ ਦੇ ਬੱਚੇ ਦੇ ਵਿੱਚ ਇਹ ਫਰਕ ਹੈ, ਉਹ ਇਹਨਾਂ ਦੋਨਾਂ ਨੂੰ ਸਮਾਨੰਤਰ ਨਹੀਂ ਬੋਲੇਗਾ, ਇਹਨਾਂ ਨੂੰ ਕਹਿ ਦੇਗਾ ਕਿ ਸਮਾਨੰਤਰ ਹੈਗੀਆਂ ਨੇ। ਠੀਕ ਹੈ ਜੀ। ਲਗਭਗ ਲੱਗਦੀਆਂ ਨੇ। ਠੀਕ ਹੈ ਜੀ। ਹੈਗੀਆਂ ਨਹੀਂ ਮੈਂ ਨਹੀਂ ਕਹਿ ਰਿਹਾ। ਠੀਕ ਹੈ ਜੀ। ਚਲੋ ਆਪਾਂ ਹੁਣ ਕੀ ਕਰਦੇ ਹਾਂ, ਸਵਾਲ ਸਾਡੇ ਕੋਲ ਇਹ ਹੈ ਕਿ ਇਸ ਆਕ੍ਰਿਤੀ ਦੇ ਵਿੱਚ ਜਿਹੜਾ ਸਾਂਝਾ ਆਧਾਰ ਹੈ ਉਹ ਲਿਖਣਾ ਆਪਾਂ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਜੀ, ਇਹਦਾ ਸਾਂਝਾ ਆਧਾਰ। ਤੇ ਕੀ ਬਣਿਆ ਵਿਦਿਆਰਥੀਓ ਦਾ ਸਾਂਝਾ ਆਧਾਰ? ਸਾਂਝਾ ਆਧਾਰ ਹੈ ਇਹਦਾ AB, ਕਿਉਂਕਿ ਇਹ ਤ੍ਰਿਭੁਜ ਜਿਹੜੀ ਹੈ AB ਤੋਂ ਸਟਾਰਟ ਹੋਈ ਹੈ ਤੇ ਕਿਉਂਕਿ ਤ੍ਰਿਭੁਜ ਦਾ ਨਾਮ ਕੀ ਹੈ ABP ਤੇ ਚਤੁਰਭੁਜ ਦਾ ਨਾਮ ਕੀ ਹੈ ABCD। ਇੱਥੇ ਮੈਂ ਚਤੁਰਭੁਜ ਸ਼ਬਦ ਦਾ ਇਸਤੇਮਾਲ ਕਰ ਰਿਹਾ, ਸਮਾਨੰਤਰ ਚਤੁਰਭੁਜ ਦਾ ਇਸਤੇਮਾਲ ਨਹੀਂ ਕਰ ਰਿਹਾ, ਇਹ ਤਾਂ ਚਤੁਰਭੁਜ ਹੈ ਸਿੰਪਲ। ਠੀਕ ਹੈ ਜੀ। ਲੇਕਿਨ ਆਹ ਦੋ ਰੇਖਾਵਾਂ ਮੈਨੂੰ ਦੇਖਣ 'ਚ ਸਮਾਨੰਤਰ ਲੱਗ ਰਹੀਆਂ ਤੇ ਉਹਨੇ ਮੈਨੂੰ ਸਵਾਲ ਦੇ ਵਿੱਚ ਇਹ ਪੁੱਛਿਆ ਹੈ, ਉਹਨੇ ਮੈਨੂੰ ਇਹ ਪੁੱਛਿਆ ਹੋਇਆ ਸਵਾਲ ਦੇ ਵਿੱਚ ਕਿ ਸਾਂਝਾ ਆਧਾਰ ਕਿਹੜਾ ਹੈ, ਮੈਂ ਲਿਖ ਦਿੱਤਾ AB। ਤੇ ਫਿਰ ਉਹਨੇ ਮੈਨੂੰ ਇਹ ਚੀਜ਼ ਪੁੱਛੀ ਕਿ ਇਹਦੀਆਂ ਸਮਾਨੰਤਰ ਰੇਖਾਵਾਂ ਕਿਹੜੀਆਂ ਹਨ। ਸਮਾਨੰਤਰ ਰੇਖਾਵਾਂ ਕਿਹੜੀਆਂ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਹੈ? ਜੇਕਰ ਸਾਂਝਾ ਆਧਾਰ AB ਹੈ ਤੇ ਕਿਹੜੀਆਂ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਹੈ, ਤਾਂ ਮੈਂ ਲਿਖਾਂਗਾ AB, DC। ਇਹ ਦੋ ਰੇਖਾਵਾਂ ਆਪਸ ਦੇ ਵਿੱਚ ਕੀ ਹਨ? ਸਮਾਨੰਤਰ ਹਨ। ਜਾਂ ਫਿਰ ਮੈਂ ਇਹ ਕਹਿ ਸਕਦਾ ਕਿ AB ਸਮਾਨੰਤਰ ਹੈ DC ਦੇ। ਆ ਚੀਜ਼ ਵੀ ਜਿਹੜਾ ਹੈਗਾ ਮੈਂ ਕਹਿ ਸਕਦਾ। ਠੀਕ ਹੈ। ਸੋ ਵਿਦਿਆਰਥੀਓ ਇਹ ਸਾਡੇ ਕੋਲ ਸੀ ਇਹਦਾ ਪਹਿਲਾ ਪਾਰਟ। ਇਸ ਤਰ੍ਹਾਂ ਦੇ ਕਾਫੀ ਸਾਰੇ ਪਾਰਟਸ ਹੈਗੇ ਨੇ, ਆਪਾਂ 1 ਬਾਈ 1 ਸਾਰੇ ਪਾਰਟਸ ਨੂੰ ਡਿਸਕਸ ਕਰਦੇ ਹਾਂ। ਹਰੇਕ ਦੇ ਵਿੱਚ ਕੋਈ ਨਾ ਕੋਈ ਵੱਖਰਾ ਜਿਹਾ ਸਾਨੂੰ ਉਲਝਣ ਸਾਹਮਣੇ ਆਏਗੀ। ਸੋ ਦੂਸਰੇ ਪਾਰਟ ਦੇ ਵਿੱਚ ਜਿਹੜਾ ਹੈ ਵਿਦਿਆਰਥੀਓ ਅਸੀਂ ਚੱਲਦੇ ਹਾਂ। ਦੂਸਰਾ ਪਾਰਟ ਹੈ ਸਾਡੇ ਕੋਲ, ਇਹਦੇ ਵਿੱਚ ਕੀ ਹੈ, ਸਾਡੇ ਕੋਲ ਸਮਾਨੰਤਰ ਚਤੁਰਭੁਜ ਇੱਕ ਦਿੱਤਾ ਹੈ। ਠੀਕ ਹੈ ਜੀ। ਮੈਂ ਨਹੀਂ ਕਹਿ ਰਿਹਾ, ਫਿਰ ਮੈਂ ਕਿਹਾ ਮੈਨੂੰ ਲੱਗਦਾ ਹੈ, ਦਿੱਤਾ ਨਹੀਂ ਹੋਇਆ ਜੀ ਉਹਨੇ, ਮੈਨੂੰ ਲੱਗ ਰਿਹਾ ਕਿ ਇੱਕ ਸਮਾਨੰਤਰ ਚਤੁਰਭੁਜ ਹੈ। ਤੇ ਦੂਸਰਾ ਇਸ ਢੰਗ ਦਾ ਦਿੱਤਾ ਜੀ, ਇਹਦਾ ਨਾਮ ਹੈ ਜੀ ਵਿਦਿਆਰਥੀਓ PQRS M ਤੇ N। ਆ ਸਾਡੇ ਕੋਲ ਦੋ ਨਜ਼ਰ ਆ ਰਹੇ ਨੇ। ਇਹਦੇ ਵਿੱਚ ਵਿਦਿਆਰਥੀਓ ਸਾਨੂੰ ਇਹ ਚੀਜ਼ ਤਾਂ ਨਜ਼ਰ ਆ ਰਹੀ ਆ ਕਿ ਇਹ ਦੋਵੇਂ ਆਕ੍ਰਿਤੀਆਂ, ਦੇਖੋ ਦੋ ਆਕ੍ਰਿਤੀਆਂ ਕਿਹੜੇ ਦੋ ਚਤੁਰਭੁਜ ਨੇ। ਪਹਿਲਾ ਚਤੁਰਭੁਜ ਹੈ SRQP, ਦੂਸਰਾ ਚਤੁਰਭੁਜ ਹੈ SRNM। ਇਹ ਦੋਵੇਂ ਚਤੁਰਭੁਜ ਇੱਕੋ ਆਧਾਰ SS ਦੇ ਵਿੱਚ ਨੇ। ਇਹਦਾ ਮਤਲਬ ਇਹਦਾ ਸਾਂਝਾ ਆਧਾਰ ਤਾਂ ਮੈਂ ਲਿਖ ਸਕਦਾ ਹਾਂ, ਇਹਦਾ ਸਾਂਝਾ ਆਧਾਰ ਜਿਹੜਾ ਹੈਗਾ ਆ ਉਹ ਕੀ ਬਣੇਗਾ ਜੀ? ਇਹਦਾ ਸਾਂਝਾ ਆਧਾਰ ਬਣੇਗਾ ਜੀ SR। ਠੀਕ ਹੈ। ਸਾਂਝਾ ਆਧਾਰ ਤਾਂ SR ਹੋ ਗਿਆ, ਲੇਕਿਨ ਇਹਦੀਆਂ ਇਹ ਇੱਕੋ ਤਰ੍ਹਾਂ ਦੀਆਂ ਜਿਹੜੀਆਂ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਨਹੀਂ ਹੈ। ਇਸ ਦਾ ਮਤਲਬ ਇਹਦੀ ਦੂਸਰੀ ਚੀਜ਼ ਜਿਹੜੀ ਹੈਗੀ ਉਹ ਮਿਸਿੰਗ ਹੈ ਸਾਡੇ ਕੋਲ। ਜਿਹੜੀਆਂ ਉਹਨੇ ਦੋ ਚੀਜ਼ਾਂ ਪੁੱਛੀਆਂ ਸੀ, ਪਹਿਲੀ ਚੀਜ਼ ਉਹਨੇ ਪੁੱਛੀ ਸੀ ਸਾਂਝਾ ਆਧਾਰ ਲਿਖੋ, ਦੂਸਰੀ ਚੀਜ਼ ਉਹਨੇ ਕਹੀ ਸੀ ਕਿ ਜਿਹੜੀਆਂ ਦੋ ਆਕ੍ਰਿਤੀਆਂ ਨੇ ਕੀ ਉਹ ਇੱਕੋ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਹਨ, ਤਾਂ ਉਹ ਨਹੀਂ ਹਨ। ਇੱਕੋ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਨੇ। ਦੇਖੋ ਜੇਕਰ ਇਹ ਸਮਾਨੰਤਰ ਲੱਗਦੀਆਂ ਨੇ, ਆ ਵੱਖਰੀਆਂ ਸਮਾਨੰਤਰ ਲੱਗ ਰਹੀਆਂ, ਆ ਵੱਖਰੀਆਂ ਲੱਗ ਰਹੀਆਂ, ਲੇਕਿਨ ਇਹ ਇੱਕੋ ਨਹੀਂ ਹੈ। ਇਹ ਤਾਂ ਤਿੰਨ ਵੱਖਰੀਆਂ ਰੇਖਾਵਾਂ ਆ ਗਈਆਂ। ਸੋ ਇਹਦੇ ਵਿੱਚ ਸੈਕੰਡ ਪਾਰਟ ਦੇ ਵਿੱਚ ਮੇਰੇ ਕੋਲ ਕੀ ਆ ਗਿਆ, ਨਹੀਂ ਕਿ ਇਹ ਆਪਸ ਦੇ ਵਿੱਚ ਕੀ ਹਨ, ਇਹ ਸਾਡੇ ਕੋਲ ਇੱਕੋ ਜਿਹੜੀਆਂ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਨਹੀਂ ਹਨ। ਠੀਕ ਹੈ ਜੀ। ਚਲੋ ਆਓ ਵਿਦਿਆਰਥੀਓ ਅਸੀਂ ਚੱਲਦੇ ਹਾਂ ਆਪਣੇ ਨੈਕਸਟ ਜਿਹੜੀ ਪ੍ਰਸ਼ਨ ਹੈ। ਨੈਕਸਟ ਪ੍ਰਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਉਹਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ ਜੀ ਉਹਨੇ ਦਿੱਤਾ ਹੋਇਆ ਸਾਨੂੰ ਵਿਦਿਆਰਥੀਓ, ਆ ਸਾਡੇ ਕੋਲ ਆ ਗਿਆ ਜੀ ਦਿਸ ਵਨ। ਇਹਨੂੰ ਉਹਨੇ ਨਾਮ ਦਿੱਤਾ ਜੀ PQRS। ਇਹ ਆ ਇੱਕ ਹਲਕਾ ਜਿਹਾ ਉਹਨੇ ਟਵਿਸਟ ਕੀਤਾ ਜੀ ਇਹਦੇ ਵਿੱਚ, ਇਹਨੂੰ ਨਾਮ ਦਿੱਤਾ T ਦਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਵੀ ਉਹੀ ਸਵਾਲ ਹੈ ਕਿ ਵੀ ਸਾਂਝਾ ਆਧਾਰ, ਤੇ ਜੇਕਰ ਸਾਂਝਾ ਆਧਾਰ ਹੈਗਾ ਤਾਂ ਉਹ ਲਿਖੋ, ਤੇ ਦੂਸਰੀ ਚੀਜ਼ ਇਹ ਲਿਖੋ ਕਿ ਕੀ ਉਹ ਦੋਵੇਂ ਇੱਕੋ ਜਿਹੜੀਆਂ ਸਮਾਨੰਤਰ ਰੇਖਾਵਾਂ ਦੇ ਵਿਚਕਾਰ ਹਨ। ਠੀਕ ਹੈ ਜੀ।
ਇਹਦੇ ਵਿੱਚ ਮੈਂ ਜੇਕਰ ਆਕਰਤੀ ਪਹਿਲੀ ਆਕਰਤੀ ਸਿੱਧੀ ਸੀ ਨੂੰ ਟੇਢੀ ਕਰ ਦਿੱਤਾ ਗਿਆ, ਠੀਕ ਹੈ ਜੀ। ਇਹ ਮੈਨੂੰ ਦੇਖਣ ਵਿੱਚ ਲਗਭਗ, ਮੈਂ ਫਿਰ ਕਹਿ ਰਿਹਾ, ਉਹਨੇ ਲਿਖਿਆ ਨਹੀਂ ਹੋਇਆ ਇੱਥੇ, ਮੈਨੂੰ ਦੇਖਣ ਵਿੱਚ ਲਗਭਗ ਇੱਕ ਸਮਾਨਾਂਤਰ ਚਤੁਰਭੁਜ ਲੱਗ ਰਿਹਾ। ਇਸ ਤੋਂ ਭਾਵ ਇਹ ਹੋਇਆ ਕਿ ਆਹ ਦੋ ਰੇਖਾਵਾਂ ਮੈਨੂੰ ਇਹ ਲੱਗ ਰਹੀਆਂ ਕਿ ਇਹ ਦੋਵੇਂ ਆਪਸ ਵਿੱਚ ਸਮਾਨਾਂਤਰ ਹੋਣਗੀਆਂ। ਤਾਂ ਮੇਰਾ ਜਵਾਬ ਕੀ ਹੋਏਗਾ ਇਹਦੇ ਵਿੱਚ ਕਿ ਜਿਹੜਾ ਇਹਦਾ ਸਾਂਝਾ ਆਧਾਰ ਹੈ, ਠੀਕ ਹੈ ਜੀ, ਦੇਖੋ ਜਿਹੜਾ ਇਹਦਾ ਸਾਂਝਾ ਆਧਾਰ ਹੈ ਉਹ ਕੀ ਬਣੇਗਾ ਜੀ, ਮੇਰੇ ਕੋਲ ਸਾਂਝਾ ਆਧਾਰ ਜਿਹੜਾ ਬਣੇਗਾ ਉਹ ਮੇਰੇ ਕੋਲ ਬਣ ਗਿਆ ਜੀ RQ, ਠੀਕ ਹੈ ਜੀ। RQ ਸਾਂਝਾ ਆਧਾਰ ਬਣ ਗਿਆ ਤੇ ਸਮਾਨਾਂਤਰ ਰੇਖਾਵਾਂ ਕਿਹੜੀਆਂ ਬਣ ਗਈਆਂ, ਮੈਂ ਡਾਇਰੈਕਟਲੀ ਲਿਖ ਦਿੰਦਾ ਜੀ QR is ਪੈਰਲਲ ਟੂ ਸਮਾਨਾਂਤਰ ਹੈ PS ਤੇ, ਠੀਕ ਹੈ ਜੀ। ਆ ਮੇਰੇ ਕੋਲ ਜਿਹੜੇ ਹੈਗੇ ਆ ਇਹਦੇ ਜਿਹੜੇ ਆਪਣੇ ਕੋਲ ਕੀ ਕਹਿੰਦੇ ਆ ਸਮਾਨਾਂਤਰ ਰੇਖਾਵਾਂ ਜਿਹੜੀਆਂ ਹੈਗੀਆਂ ਉਹ ਬਣ ਗਈਆਂ ਹਨ, ਠੀਕ ਹੈ ਜੀ। ਚਲੋ ਮੇਰੇ ਖਿਆਲ ਨਾਲ ਹੁਣ ਸਾਨੂੰ ਸਵਾਲ ਜਿਹੜੇ ਹੈਗੇ ਉਹ ਸਮਝਣ ਵੀ ਸੌਖੇ ਲੱਗ ਰਹੇ ਨੇ ਤੇ ਇਹਨਾਂ ਨੂੰ ਸਮਝ ਵੀ ਆਪਾਂ ਬੜੇ ਆਰਾਮ ਨਾਲ ਰਹੇ ਹਾਂ। ਚਲੋ ਆਓ ਵਿਦਿਆਰਥੀਓ ਚੱਲਦੇ ਹਾਂ ਜੀ ਅਸੀਂ ਆਪਣੇ ਦੂਸਰੇ ਪ੍ਰਸ਼ਨ ਦੇ ਵਿੱਚ। ਦੂਸਰਾ ਪ੍ਰਸ਼ਨ ਜਿਹੜਾ ਹੈ ਸਾਡੇ ਕੋਲ ਉਹ ਵੀ ਇਸੇ ਤਰੀਕੇ ਦਾ ਹੈ। ਉਹਦੇ ਵਿੱਚ ਆਪਾਂ ਕੀ ਕੀਤਾ, ਉਹਨੇ ਹੁਣ ਥੋੜਾ ਜਿਹਾ ਸਲਾਈਡ ਚੇਂਜ ਕੀਤਾ ਜੀ। ਸਲਾਈਡ ਚੇਂਜ ਕੀ ਕੀਤਾ ਉਹਨੇ ਡਾਇਗਰਾਮ ਦੇਖੋ ਕਿਤਾ ਜੀ ਬਣਾਈ। ਉਹਨੇ ਕਿਹਾ ਜੀ ਆਹ ਡਾਇਗਰਾਮ ਮੇਰੇ ਕੋਲ, ਠੀਕ ਹੈ ਜੀ। ਇਸ ਤਰ੍ਹਾਂ ਦੀ ਉਹਨੇ ਇੱਕ ਡਾਇਗਰਾਮ ਬਣਾਤੀ। ਉਸ ਡਾਇਗਰਾਮ ਦੇ ਵਿੱਚ ਉਹਨੇ ਆਹ ਚੀਜ਼ ਲੈ ਲਈ, ਆਹ ਦੇਖੋ ਆਹ ਚੀਜ਼ ਚੱਕ ਲਈ, ਠੀਕ ਹੈ ਜੀ। ਹੁਣ ਇਹਦੇ ਵਿੱਚ ਉਹਨੇ A B C ਤੇ D ਆਹ ਦੋ ਚੀਜ਼ ਲੈ ਲਈਆਂ, ਠੀਕ ਹੈ ਜੀ। ਇਹਦੇ ਵਿੱਚ ਮੈਨੂੰ ਇਹ ਚੀਜ਼ ਤਾਂ ਦੇਖੋ ਇੱਕ ਰੇਖਾ ਇਧਰਲੇ ਪਾਸੇ ਹੈ, ਆਹ ਰੇਖਾ ਇਧਰਲੇ ਪਾਸੇ। ਧਿਆਨ ਨਾਲ ਦੇਖਿਓ, ਜੇਕਰ ਮੈਂ ਇਹਨਾਂ ਨੂੰ ਅੱਗੇ ਤੱਕ ਲੈ ਕੇ ਜਾਵਾਂ, ਇਹਨੂੰ ਉੱਤੇ ਬਣਾਵਾਂ, ਇਹਨੂੰ ਵਧਾਵਾਂ ਤੇ ਇਹ ਕਿਤੇ ਨਾ ਕਿਤੇ ਕੱਟ ਜਾਏਗੀ। ਇਹਦਾ ਮਤਲਬ ਇਹ ਦੋ ਰੇਖਾਵਾਂ ਆਪਸ ਵਿੱਚ ਸਮਾਨਾਂਤਰ ਨਹੀਂ ਹਨ। ਇਹ ਦੋਵੇਂ ਰੇਖਾਵਾਂ ਆਪਸ ਵਿੱਚ ਕਿਹੜੀਆਂ ਹਨ, ਕਾਟਵੀਆਂ ਹਨ। ਹਾਂ, ਇਹਨਾਂ ਦਾ ਆਧਾਰ ਜ਼ਰੂਰ ਇੱਕ ਹੈ, ਠੀਕ ਹੈ ਜੀ। ਇਹ ਦੋ ਰੇਖਾਵਾਂ ਦੇ ਵਿਚਕਾਰ ਤਾਂ ਹੈ ਲੇਕਿਨ ਉਹ ਦੋ ਰੇਖਾਵਾਂ ਆਪਸ ਦੇ ਵਿੱਚ ਕੀ ਹਨ, ਸਮਾਨਾਂਤਰ ਨਹੀਂ ਹਨ। ਤੇ ਆਧਾਰ ਇਹਦਾ ਕੀ ਬਣੇਗਾ, ਇਹਦਾ ਆਧਾਰ AB ਬਣੇਗਾ। ਸੋ ਇਸ ਚੀਜ਼ ਦਾ ਵੀ ਜਿਹੜਾ ਹੈਗਾ ਇਹਦੇ ਵਿੱਚ ਧਿਆਨ ਰੱਖਣਾ ਹੈ ਅਸੀਂ। ਤੇ ਅਗਲੇ ਸਵਾਲ ਦੇ ਵਿੱਚ ਜਿਹੜਾ ਹੈ ਉਹ ਆਪਾਂ ਬਿਲਕੁਲ ਵਧੀਆ ਤਰੀਕੇ ਨਾਲ ਦੇਖਦੇ ਹਾਂ ਕਿ ਬਈ ਕੀ ਜਿਹੜਾ ਹੈਗਾ ਸਵਾਲ ਪੁੱਛਿਆ ਗਿਆ। ਪਾਰਟ ਨੰਬਰ 4 ਦੇ ਵਿੱਚ ਜਿਹੜਾ ਹੈਗਾ ਸਵਾਲ ਪੁੱਛਿਆ ਗਿਆ ਉਹਦੇ ਕੋਲ ਸਾਡੇ ਕੋਲ ਆਹ ਚੀਜ਼ ਇੱਕ ਸਮਾਨਾਂਤਰ ਚਤੁਰਭੁਜ ਦਿੱਤਾ ਹੋਇਆ ਜੀ ਉਹਨੇ, ਠੀਕ ਹੈ ਜੀ। ਇਹ ਹੈ ਜੀ A B C D। ਇਹਦੇ ਵਿੱਚ ਉਹਨੇ ਕੀ ਕੀਤਾ, ਇਸ ਢੰਗ ਦੇ ਨਾਲ ਇੱਕ ਤ੍ਰਿਭੁਜ ਬਣਾ ਦਿੱਤੀ ਹੈ। ਇਹ ਕਰਤਾ ਜੀ P Q R। ਇਹਨਾਂ ਦੇ ਵਿੱਚ ਆ P ਹੈ ਜੀ, ਇਹਨੂੰ ਥੋੜਾ ਜਿਹਾ ਧਿਆਨ ਕਰ ਲਈਏ। ਹੁਣ ਇਹ ਇੱਕ ਡਾਇਗਰਾਮ ਸਾਡੇ ਕੋਲ ਦੇ ਦਿੱਤੀ ਆ। ਇਸ ਡਾਇਗਰਾਮ ਦੇ ਵਿੱਚ ਕਈ ਬੱਚੇ ਕਨਫਿਊਜ਼ ਹੋ ਜਾਂਦੇ ਆ। ਬੱਚੇ ਕੀ ਕਹਿੰਦੇ ਆ, ਹਾਂਜੀ ਸਰ ਠੀਕ ਹੈ ਆਧਾਰ ਤਾਂ ਇੱਕੋ ਹੀ ਆ, ਇਸੇ ਰੇਖਾ ਤੋਂ ਸ਼ੁਰੂ ਹੋਏ ਆ। ਤੇ ਆਹ ਦੇਖੋ ਆਹ ਦੋ ਜਿਹੜੀਆਂ ਸਮਾਨਾਂਤਰ ਰੇਖਾਵਾਂ ਵੀ ਮੈਨੂੰ ਨਜ਼ਰ ਆ ਰਹੀਆਂ ਤੇ ਮੈਂ ਇਹ ਲਿਖੂੰਗਾ ਕਿ ਆਹ ਦੋ ਰੇਖਾਵਾਂ ਸਮਾਨਾਂਤਰ ਹਨ ਤੇ ਇਹ ਦੋਨੋਂ ਇਹ ਤ੍ਰਿਭੁਜ ਤੇ ਆਹ ਜਿਹੜਾ ਸਮਾਨਾਂਤਰ ਚਤੁਰਭੁਜ ਹੈ ਇਹਨਾਂ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹੈ ਤੇ ਇਹਦਾ ਆਧਾਰ ਵੀ ਇੱਕੋ ਹੀ ਹੈ। ਲੇਕਿਨ ਇੱਥੇ ਬੱਚੇ ਗਲਤੀ ਕਰਨਗੇ, ਇਹਦਾ ਆਧਾਰ ਇੱਕ ਨਹੀਂ ਹੈ ਕਿਉਂਕਿ ਜਦੋਂ ਇਸ ਤ੍ਰਿਭੁਜ ਦੀ ਗੱਲ ਕਰਾਂਗੇ ਤਾਂ ਤ੍ਰਿਭੁਜ ਦਾ ਆਧਾਰ ਇਹ PQ ਹੋਏਗਾ। ਲੇਕਿਨ ਜਦੋਂ ਅਸੀਂ ਇਸ ਸਮਾਨਾਂਤਰ ਚਤੁਰਭੁਜ ਦੀ ਗੱਲ ਕਰਾਂਗੇ ਤਾਂ ਉਹਦਾ ਆਧਾਰ ਜਿਹੜਾ ਹੈ ਉਹ BC ਹੋਏਗਾ। ਇਹਦਾ ਮਤਲਬ ਇਹਦਾ ਸਾਂਝਾ ਆਧਾਰ ਜਿਹੜਾ ਹੈ, ਸਾਂਝਾ ਆਧਾਰ ਇਹ ਨਹੀਂ ਹੈ, ਠੀਕ ਹੈ ਜੀ। ਸਾਡੇ ਕੋਲ ਇਹਦਾ ਸਾਂਝਾ ਆਧਾਰ ਜਿਹੜਾ ਹੈਗਾ ਉਹ ਨਹੀਂ ਹੈ, ਠੀਕ ਹੈ। ਇਹ ਸਾਡੇ ਕੋਲ ਖਾਸ ਚੀਜ਼ ਹੈ। ਤੇ ਕਿਹੜੀਆਂ ਦੋ ਰੇਖਾਵਾਂ ਦੇ ਵਿਚਕਾਰ ਹੈ ਉਹ ਠੀਕ ਹੈ, ਠੀਕ ਹੈ ਜੀ। ਇਹਦੇ ਵਿੱਚ ਸਾਡੇ ਕੋਲ ਇਹਦੇ ਵਿੱਚ ਕੋਈ ਡਾਊਟ ਨਹੀਂ ਕਿ BC ਜਿਹੜਾ ਹੈ ਉਹ ਸਮਾਨਾਂਤਰ ਹੈ AD ਦੇ। ਇਹਦਾ ਭਾਵ ਇਹ ਹੋ ਗਿਆ ਕਿ ਇਹ ਜਿਹੜੀਆਂ ਦੋ ਕੰਡੀਸ਼ਨਸ ਸਾਨੂੰ ਪੁੱਛੀਆਂ ਗਈਆਂ ਸੀ ਉਹਨਾਂ ਦੋ ਕੰਡੀਸ਼ਨਸ ਦੇ ਵਿੱਚੋਂ ਇੱਕ ਕੰਡੀਸ਼ਨ ਨੂੰ ਤਾਂ ਇਹ ਫੁੱਲਫਿਲ ਕਰ ਰਿਹਾ ਹੈ, ਠੀਕ ਹੈ ਜੀ, ਤੇ ਦੂਸਰੀ ਕੰਡੀਸ਼ਨ ਇਹ ਫੁੱਲਫਿਲ ਨਹੀਂ ਕਰ ਰਿਹਾ। ਇਸ ਤੋਂ ਪਿਛਲੇ ਸਵਾਲ ਦੇ ਵਿੱਚ ਅਸੀਂ ਕੀ ਦੇਖਿਆ ਸੀਗਾ ਕਿ ਸਾਂਝਾ ਆਧਾਰ ਫੁੱਲਫਿਲ ਕਰ ਰਿਹਾ ਸੀ ਲੇਕਿਨ ਸਮਾਨਾਂਤਰ ਰੇਖਾਵਾਂ ਇੱਕੋ ਜਿਹੀਆਂ ਨਹੀਂ ਸਨ, ਠੀਕ ਹੈ ਜੀ। ਸੋ ਇਹਨਾਂ ਸਵਾਲਾਂ ਦੇ ਵਿੱਚ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਆਪਾਂ ਸਮਝਿਆ ਕਿ ਜੇਕਰ ਸਾਨੂੰ ਦੋ ਆਕ੍ਰਿਤੀਆਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਮਿਲਣ ਤਾਂ ਮੈਂ ਉਹਨਾਂ ਦੋ ਆਕ੍ਰਿਤੀਆਂ ਦੇ ਵਿੱਚ ਕੀ ਮੈਂ ਇਹ ਅਲੱਗ-ਅਲੱਗ ਕਰਕੇ ਦੇਖ ਸਕਦਾ ਹਾਂ ਕਿ ਕਿਹੜੇ ਆਧਾਰ ਜਿਹੜੇ ਹੈਗੇ ਕਿਹਨਾਂ ਦਾ ਆਧਾਰ ਇੱਕੋ ਹੀ ਹੈ ਆਕ੍ਰਿਤੀਆਂ ਦਾ ਤੇ ਕਿਹੜੀਆਂ ਦੋ ਰੇਖਾਵਾਂ ਦੇ ਵਿਚਕਾਰ ਕਿਹੜੀਆਂ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਜਿਹੜੇ ਹੈਗੇ ਉਹ ਆਕ੍ਰਿਤੀਆਂ ਹੈਗੀਆਂ ਹਨ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਮੈਂ ਲੈ ਕੇ ਇੱਥੇ ਚੱਲਦਾ ਹਾਂ। ਸੋ ਵਿਦਿਆਰਥੀਓ ਹੁਣ ਅਸੀਂ ਮੈਂ ਪੂਰੀ ਉਮੀਦ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝਿਆ ਹੋਵੇਗਾ ਤੇ ਐਕਸਰਸਾਈਜ਼ 9.1 ਦਾ ਜਿਹੜਾ ਹੈਗਾ ਉਹ ਆਪਾਂ ਸਵਾਲਾਂ ਨੂੰ ਸਮਝਿਆ ਕੀਤਾ ਵੀ ਹੋਵੇਗਾ ਤੇ ਕਰ ਵੀ ਰਹੇ ਹਾਂ। ਤੇ ਵੈਸੇ ਵੀ ਮੇਰੇ ਖਿਆਲ ਨਾਲ ਆਪਾਂ ਇੰਨੀ ਪ੍ਰੈਕਟਿਸ ਕਰ ਲਈ ਹੋਈ ਆ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਹੁਣ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬੈਠ ਗਈਆਂ ਹੋਣਗੀਆਂ। ਹੁਣ ਦੂਸਰਾ ਸਵਾਲ ਇਹ ਉੱਠਦਾ ਕਿ ਵੀ ਇੰਨਾ ਕੁਝ ਕਰੀ ਜਾ ਰਹੇ ਆ। ਮੈਂ ਜਦੋਂ ਸਟਾਰਟਿੰਗ ਕੀਤੀ ਸੀ ਮੈਂ ਤਾਂ ਕਿਤੇ ਵੀ ਗੱਲ ਨਹੀਂ ਕੀਤੀ ਕਿ ਮੈਂ ਇਹਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਖੇਤਰਫਲ ਦੀ ਜਿਹੜਾ ਮੇਰੇ ਚੈਪਟਰ ਦਾ ਨਾਮ ਹੈ, ਠੀਕ ਹੈ ਜੀ। ਮੈਂ ਤਾਂ ਪਤਾ ਨਹੀਂ ਤੁਸੀਂ ਸੋਚ ਰਹੇ ਹੋਵੋਗੇ ਕਿ ਸਰ ਨੇ ਸਟਾਰਟ ਤਾਂ ਕਿਤੇ ਹੋਰੋਂ ਕੀਤਾ ਸੀਗਾ ਲੇਕਿਨ ਆਂਦੇ ਸ਼ਾਇਦ ਉਹ ਆਪ ਹੀ ਭੁੱਲ ਗਏ ਕਿ ਉਹਨਾਂ ਨੇ ਕਰਨਾ ਕੀ ਹੈ,
ठीक है जी, इतना बिल्कुल नहीं है। ਅਸੀਂ ਆਪਣੇ ਮੇਨ ਪਰਪਸ ਵੱਲ ਜਾ ਰਹੇ ਹਾਂ ਕਿ ਕਿਉਂ ਅਸੀਂ ਅਭਿਆਸ 9.1 ਦੇ ਵਿੱਚ ਸਿਰਫ ਤੇ ਸਿਰਫ ਉਹਨਾਂ ਦੇ ਸਾਂਝੇ ਆਧਾਰ ਤੇ ਸਮਾਨਾਂਤਰ ਰੇਖਾਵਾਂ ਦੀ ਚਰਚਾ ਕੀਤੀ ਆ, ਹੋਰ ਕੋਈ ਚਰਚਾ ਨਹੀਂ ਕੀਤੀ। ਆਓ ਵਿਦਿਆਰਥੀਓ ਛੋਟੀ ਜਿਹੀ ਚਰਚਾ ਕਰਦੇ ਹਾਂ ਕਿ ਅਸੀਂ ਇਹ ਕਿਉਂ ਕੀਤਾ, ਇੰਨੀ ਜਿਹੜੀ ਐਕਸਰਸਾਈਜ਼ ਆਪਾਂ ਇੰਨੀ ਮਿਹਨਤ ਕੀਤੀ ਹੈ ਉਹ ਕਿਉਂ ਕੀਤੀ ਹੈ। ਵਿਦਿਆਰਥੀਓ, ਜੇਕਰ ਦੋ ਸਮਾਨਾਂਤਰ ਚਤੁਰਭੁਜੀ ਲੈ ਲਓ, ठीक है, त्रिभुज भी हो सकते हैं, चतुर्भुज भी हो सकते हैं। मैं की करता, मैं इत्थे एक दो समानांतर रेखावां बनाना पहले, ठीक है जी। ਆਪਾਂ ਕੀ ਕਰਦੇ, ਦੋ ਸਮਾਨਾਂतर ਰੇਖਾਵਾਂ ਬਣਾਉਂਦੇ ਆ। ਆ ਮੇਰੇ ਕੋਲ ਪਹਿਲੀ ਰੇਖਾ ਬਣ ਗਈ ਜੀ, ਇਹਨੂੰ ਨਾਮ ਮੈਂ ਦਿੱਤਾ ਜੀ L ਦਾ। ਆ ਮੇਰੇ ਕੋਲ ਬਣ ਗਈ ਦੂਸਰੀ ਰੇਖਾ, ਇਹਨੂੰ ਮੈਂ ਨਾਮ ਦਿੱਤਾ M ਦਾ, ਠੀਕ ਹੈ ਜੀ। ਮੈਂ ਕੀ ਕੀਤਾ, ਇਹ ਇੱਕ ਬਿੰਦੂ ਆ ਚੱਕ ਲਿਆ ਜੀ, ਇੱਕ ਆ ਚੱਕ ਲਿਆ, ਜੋੜ ਲਓ ਜੀ ਦੋਨਾਂ ਨੂੰ। ਇਹ ਆ ਜੋੜ ਲਿਆ ਜੀ, ਮੈਂ ਦੂਸਰਾ ਬਿੰਦੂ ਇੱਥੋਂ ਲੈ ਲਿਆ ਜੀ, ਆ ਚੀਜ਼ ਕਰ ਲਈ, ਇਹਨੂੰ ਮੈਂ ਜੋੜ ਲਿਆ ਇੱਧਰ, ਠੀਕ ਹੈ ਜੀ। ਆ ਦੋਨੇ ਚੀਜ਼ਾਂ, ਠੀਕ ਹੈ। ਉਸ ਤੋਂ ਬਾਅਦ ਮੈਂ ਕੀ ਕੀਤਾ, ਇੱਕ ਬਿੰਦੂ ਮੈਂ ਇੱਥੇ ਰੱਖ ਲਿਆ, ਠੀਕ ਹੈ ਜੀ। ਇਹਨੂੰ ਤੇ ਇਹਨੂੰ ਜੋੜ ਲਓ ਜੀ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਇੱਕ ਬਿੰਦੂ ਮੈਂ ਇੱਥੇ ਰੱਖ ਲੈਣਾ ਜੀ, ਤੇ ਇਹਨਾਂ ਦੋਨਾਂ ਨੂੰ ਮੈਂ ਆਪਸ ਦੇ ਵਿੱਚ ਜੋੜ ਲੈਣਾ, ਠੀਕ ਹੈ। ਇਹਨਾਂ ਦਾ ਨਾਮ ਮੈਂ ਕੀ ਰੱਖਣਾ ਜੀ, ਇਹਦਾ ਨਾਮ ਮੈਂ ਰੱਖਿਆ ਜੀ A B C D P Q, ਠੀਕ ਹੈ। ਹੁਣ ਇਹਦੇ ਵਿੱਚ ਵੀ ਮੈਂ ਵਿਦਿਆਰਥੀਆਂ ਨੂੰ ਕਹਾਂ ਕਿ ਬੇਟਾ ਆਪਣੀ ਵਿਜ਼ੂਅਲਾਈਜ਼ੇਸ਼ਨ ਪਾਵਰ ਲਗਾਓ, मतलब ਤੁਸੀਂ ਇਹ ਚੀਜ਼ ਨੂੰ ਪਛਾਣ ਸਕੋ ਕਿ ਕਿਹੜੀਆਂ ਆਕਰਤੀਆਂ ਨਜ਼ਰ ਆ ਰਹੀਆਂ। ਮੇਰੇ ਖਿਆਲ ਨਾਲ ਬੱਚੇ ਬੇਤਹਾਸ਼ਾ ਕਈ ਆਕਰਤੀਆਂ ਦੇਖਣਗੇ। ਇੱਕ ਕਹੇਗਾ ਸਰ ਤ੍ਰਿਭੁਜ ABP ਨਜ਼ਰ ਆ ਰਹੀ ਹੈ, ਦੂਸਰਾ ਕਹੇਗਾ ਸਰ ਇੱਕ ਸਮਲੰਬ ਚਤੁਰਭੁਜ ਨਜ਼ਰ ਆ ਰਿਹਾ ਜੀ PDCB, ਇੱਕ ਕਹੇਗਾ ਸਰ ਇੱਕ ਤ੍ਰਿਭੁਜ ਨਜ਼ਰ ਆ ਰਹੀ ਹੈ DCQ। ਲੇਕਿਨ ਕਿਉਂਕਿ ਅਸੀਂ ਹੁਣੀ ਥੋੜੀ ਦੇਰ ਪਹਿਲਾਂ ਸਮਾਨਾਂਤਰ ਚਤੁਰਭੁਜ ਕਰ ਰਹੇ ਹਾਂ ਕਾਫੀ ਦੇਰ ਦੇ, ਤਾਂ ਕਈ ਵਿਦਿਆਰਥੀਆਂ ਨੂੰ ਇਹਦੇ ਵਿੱਚ ਸਮਾਨਾਂਤਰ ਚਤੁਰਭੁਜ ਵੀ ਨਜ਼ਰ ਆਏਗਾ। ਕਿਹੜਾ, ਉਹ ਕਹੇਗਾ ਜੀ ABCD ਇੱਕ ਸਮਾਨਾਂਤਰ ਚਤੁਰਭੁਜ ਮੈਨੂੰ ਲਗਭਗ ਨਜ਼ਰ ਆ ਰਿਹਾ ਹੈ। ਦੂਸਰਾ ਬੱਚਾ ਕਹੇਗਾ ਸਰ ਮੈਨੂੰ ਵੀ ਨਜ਼ਰ ਆ ਰਿਹਾ ਜੀ, ਮੈਨੂੰ ਨਜ਼ਰ ਆ ਰਿਹਾ PBCQ। ਆ ਦੇਖੋ, ਆ ਦੂਸਰਾ ਸਮਾਨਾਂਤਰ ਚਤੁਰਭੁਜ ਨਜ਼ਰ ਆ ਰਿਹਾ, ਠੀਕ ਹੈ ਜੀ। ਸੋ ਇੱਕੋ ਆਧਾਰ ਅਤੇ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਮੈਨੂੰ ਦੋ ਸਮਾਨਾਂਤਰ ਚਤੁਰਭੁਜ ਜਿਹੜੇ ਹੈਗੇ ਉਹ ਨਜ਼ਰ ਆਏ ਨੇ। ਮੈਂ ਹੁਣ ਸਵਾਲ ਇੱਥੇ ਇੱਕ ਛੋਟਾ ਜਿਹਾ ਛੱਡਦਾ ਹਾਂ ਜੀ ਕਿ ਜਿਹੜੇ ਦੋ ਸਮਾਨਾਂਤਰ ਚਤੁਰਭੁਜ ਮੈਨੂੰ ਨਜ਼ਰ ਆਏ ਨੇ, ਇਹਨਾਂ ਦਾ ਆਪਸ ਦੇ ਵਿੱਚ ਖੇਤਰਫਲ ਦੇ ਹਿਸਾਬ ਨਾਲ ਕੀ ਰਿਸ਼ਤਾ ਹੋ ਸਕਦਾ ਹੈ, ਠੀਕ ਹੈ। ਕੋਈ ਹੋ ਵੀ ਸਕਦਾ ਹੈ ਕਿ ਨਹੀਂ ਹੋ ਸਕਦਾ, ਠੀਕ ਹੈ ਜੀ। ਜਿਹੜੀ ਇਤੋਂ ਨੈਕਸਟ ਐਕਸਰਸਾਈਜ਼ ਹੈ, ਨੈਕਸਟ ਲੈਕਚਰ ਹੈ, ਉਹਨਾਂ ਲੈਕਚਰਸ ਦੇ ਵਿੱਚ ਅਸੀਂ ਇਸ ਚੀਜ਼ ਦੇ ਮੁੱਦੇ ਦੇ ਉੱਤੇ ਚਰਚਾ ਕਰਨੀ ਹੈ ਕਿ ਇਹਨਾਂ ਦੋ ਸਮਾਨਾਂਤਰ ਜਿਹੜੇ ਚਤੁਰਭੁਜ ਹਨ, ਮੈਂ ਹੁਣ ਚਤੁਰਭੁਜ ਇੱਥੇ ਬਣੇ ਹੋਏ ਨੇ ਇਸ ਕਰਕੇ ਮੈਂ ਸ਼ਬਦ ਚਤੁਰਭੁਜ ਇਸਤੇਮਾਲ ਕਰ ਰਿਹਾ। ਜੇਕਰ ਇਹ ਦੋ ਤ੍ਰਿਭੁਜਾਂ ਹੁੰਦੀਆਂ ਤਾਂ ਮੈਂ ਦੋ ਤ੍ਰਿਭੁਜਾਂ ਦੀ ਗੱਲ ਕਰਦਾ, ਜੇਕਰ ਇੱਕ ਤ੍ਰਿਭੁਜ ਇੱਕ ਚਤੁਰਭੁਜ ਹੁੰਦਾ, ਸਮਾਨਾਂਤਰ ਚਤੁਰਭੁਜ ਹੁੰਦਾ, ਫਿਰ ਮੈਂ ਉਸ ਹਿਸਾਬ ਦੇ ਨਾਲ ਉਹਨਾਂ ਦੇ ਖੇਤਰਫਲ ਦੀ ਗੱਲ ਕਰਦਾ। ਲੇਕਿਨ ਉਹਨਾਂ ਦੇ ਸਾਰਿਆਂ ਦੇ ਖੇਤਰਫਲਾਂ ਦਾ ਆਪਸ ਦੇ ਵਿੱਚ ਰਿਸ਼ਤਾ ਜ਼ਰੂਰ ਹੁੰਦਾ ਕੋਈ ਨਾ ਕੋਈ। ਆ ਦੋ ਸਮਾਨਾਂਤਰ ਚਤੁਰਭੁਜ ਨੇ, ਇੱਕੋ ਆਧਾਰ ਅਤੇ ਇੱਕੋ ਜਿਹੜੀਆਂ ਹੈਗੀਆਂ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ, ਇਹਨਾਂ ਦਾ ਵੱਖਰਾ ਰਿਲੇਸ਼ਨ ਹੋ ਸਕਦਾ ਹੈ। ਜੇਕਰ ਮੈਂ ਇੱਥੇ ਕੀ ਕਰਦਾ, ਬੜੇ ਧਿਆਨ ਨਾਲ ਦੇਖਿਓ, ਮੈਂ ਕੀ ਕਰਦਾ, ਇੱਕ ਇੱਥੇ ਹੋਰ ਪੁਆਇੰਟ ਲੈ ਲਿਆ E, ਠੀਕ ਹੈ ਜੀ। ਮੈਂ B ਇਹ ਜੋੜ ਦਿੱਤਾ, ਇਧਰੋਂ ਮੈਂ CE ਨੂੰ ਜੋੜ ਦਿੱਤਾ, ਇੱਕ ਵੱਡੀ ਸਾਰੀ ਤ੍ਰਿਭੁਜ ਨਜ਼ਰ ਆ ਰਹੀ ਹੈ BCE, ਠੀਕ ਹੈ ਜੀ। ਮੈਂ ਇਹ ਵੀ ਕਹਿ ਰਿਹਾ ਕਿ ਇਸ ਤ੍ਰਿਭੁਜ ਦਾ ਇਸ ਸਮਾਨਾਂਤਰ ਚਤੁਰਭੁਜ ਦੇ ਨਾਲ ਵੀ ਖੇਤਰਫਲ ਦਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਹੋਏਗਾ, ਠੀਕ ਹੈ ਜੀ। ਇਸੇ ਤਰੀਕੇ ਨਾਲ ਜੇਕਰ ਮੈਂ ਇੱਕ ਹੋਰ ਤ੍ਰਿਭੁਜ ਇੱਥੇ ਬਣਾ ਦਵਾਂ, ਉਸ ਤ੍ਰਿਭੁਜ ਦਾ ਵੀ ਆਪਸ ਵਿੱਚ ਕੋਈ ਨਾ ਕੋਈ ਰਿਲੇਸ਼ਨ ਜ਼ਰੂਰ ਹੋਏਗਾ। ਸੋ ਮੇਰੇ ਖਿਆਲ ਨਾਲ ਤੁਸੀਂ ਹੁਣ ਇੱਕ ਚੀਜ਼ ਜ਼ਰੂਰ ਸਮਝ ਗਏ ਹੋਵੋਗੇ ਕਿ 9.1 ਅਭਿਆਸ ਦੇ ਵਿੱਚ ਕਿਉਂ ਮੈਂ ਬਾਰ-ਬਾਰ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਿਹਾ ਸੀਗਾ ਕਿ ਦੋ ਆਕਰਤੀਆਂ ਲੱਭੋ, ਉਹਨਾਂ ਦੋ ਆਕਰਤੀਆਂ ਦਾ ਸਾਂਝਾ ਆਧਾਰ ਲੱਭੋ, ਤੇ ਉਹ ਵੀ ਦੇਖੋ ਕਿ ਉਹ ਕਿਹੜੀਆਂ ਦੋ ਜਿਹੜੀਆਂ ਹੈਗੀਆਂ ਉਹ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹਨ, ਠੀਕ ਹੈ ਜੀ। ਕਿਉਂਕਿ ਅਸੀਂ ਲੇਟਰ ਔਨ ਬਾਅਦ ਵਿੱਚ ਆਉਣ ਵਾਲੇ ਲੈਕਚਰਸ ਦੇ ਵਿੱਚ ਉਹਨਾਂ ਦੇ ਖੇਤਰਫਲਾਂ ਦਾ ਸੰਬੰਧ ਜਿਹੜਾ ਹੈ ਆਪਸ ਦੇ ਵਿੱਚ ਸਥਾਪਿਤ ਕਰਨਾ ਹੈ, ਤੇ ਉਹ ਸੰਬੰਧ ਸਥਾਪਿਤ ਕਰਨ ਦੇ ਲਈ ਮੈਨੂੰ ਦੋ ਸਮਾਨਾਂਤਰ ਰੇਖਾਵਾਂ ਦੀ ਲੋੜ ਪਵੇਗੀ ਤੇ ਇੱਕ ਸਾਂਝੇ ਆਧਾਰ ਦੀ ਲੋੜ ਪਵੇਗੀ। ਇਸ ਕਰਕੇ ਅਭਿਆਸ 9.1 ਜਿਹੜੀ ਹੈ ਉਹ ਸਾਨੂੰ ਕੋਰਸ ਦੇ ਵਿੱਚ, ਸਾਡੇ ਸਿਲੇਬਸ ਦੇ ਵਿੱਚ ਲੱਗੀ, ਤੇ ਸਾਨੂੰ ਜਿਹੜਾ ਹੈ ਇਹ ਪੂਰੀ ਚੀਜ਼ ਜਿਹੜੀ ਹੈਗੀ ਉਹ ਅਗਲੇ ਲੈਕਚਰ ਦੇ ਵਿੱਚ ਜਦੋਂ ਅਸੀਂ ਇਸ ਦਾ ਨੈਕਸਟ ਪਾਰਟ 9.2 ਅਭਿਆਸ ਕਰਾਂਗੇ ਤਾਂ ਉਹਦੇ ਵਿੱਚ ਸਾਡੇ ਵਾਸਤੇ ਬਹੁਤ ਬੈਨੀਫੀਸ਼ੀਅਲ ਹੋਏਗੀ, ਕਿਉਂਕਿ ਅਸੀਂ ਉਸ ਚੀਜ਼ ਨੂੰ ਪੂਰੇ ਰੁਝਾਨ ਨੂੰ ਸਮਝ ਚੁੱਕੇ ਹਾਂ ਕਿ ਕਿਹੜੀਆਂ ਆਕਰਤੀਆਂ ਕਿੱਦਾਂ ਦੀਆਂ ਹਨ, ਤੇ ਜਦੋਂ ਉਹਨਾਂ ਨੂੰ ਬਾਰ-ਬਾਰ ਆਪਾਂ ਇਸਤੇਮਾਲ ਕਰਾਂਗੇ ਨੈਕਸਟ ਐਕਸਰਸਾਈਜ਼ ਦੇ ਵਿੱਚ ਤਾਂ ਸਾਨੂੰ ਉਹ ਚੀਜ਼ ਬਹੁਤ ਹੀ ਈਜ਼ੀ ਤੇ ਸੌਖੀ ਲੱਗੇਗੀ। ਮੈਂ ਉਮੀਦ ਕਰਦਾ ਵਿਦਿਆਰਥੀਓ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ
ਤੇ ਇਸ ਲੈਕਚਰ ਨੂੰ ਇੱਕ ਵਾਰੀ ਦੁਹਰਾਈ ਜ਼ਰੂਰ ਕਰਨਾ, ਕਿਉਂਕਿ ਇਹਦੇ ਵਿੱਚ ਕਰਨ ਦੇ ਲਈ ਕੁਝ ਖਾਸ ਨਹੀਂ ਆ। ਸਿਰਫ ਚਾਹੇ ਕਾਪੀ ਤੇ ਪੈਨ ਚੱਕੋ ਤੇ ਆਪਣੇ ਆਪ ਹੀ ਡਰਾਅ ਕਰਕੇ ਦੇਖਦੇ ਰਹੋ। ਸਿਰਫ ਉਹਨਾਂ ਚੀਜ਼ਾਂ ਨੂੰ ਲੱਭਣ ਦੀ ਲੋੜ ਹੈ ਕਿਹੜੀਆਂ, ਇੱਕ ਸਾਂਝਾ ਆਧਾਰ, ਦੂਸਰਾ ਕਿਹੜਾ ਜੀ, ਉਹ ਕਿਹੜੀਆਂ ਦੋ ਸਮਾਨਤਾ ਰੇਖਾਵਾਂ ਵਿਚਕਾਰ ਹਨ। ਤੇ ਅਗਲਾ ਜਿਹੜਾ ਲੈਕਚਰ ਹੈ ਜਾਂ ਅਗਲੀ ਐਕਸਰਸਾਈਜ਼ ਉਹ ਤੁਹਾਨੂੰ ਬਹੁਤ ਹੀ ਸੌਖੀ ਲੱਗੇਗੀ। ਠੀਕ ਹੈ ਜੀ, ਚਲੋ ਵਿਦਿਆਰਥੀਓ, ਮੈਂ ਉਮੀਦ ਕਰਦਾ ਤੁਹਾਨੂੰ ਲੈਕਚਰ ਸਮਝ ਲੱਗਿਆ ਹੋਵੇਗਾ। ਧੰਨਵਾਦ ਜੀ।